ਸਵਾਗਤ ਹੈ ਪੀਟੀਸੀ ਨਿਊਜ਼ ਵਿਚਾਰ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਦਾ ਆਯੁਰਵੇਦਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਲਗਾਤਾਰ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਲੋਕਾਂ ਦੇ ਮਨਾਂ ਦੇ ਅੰਦਰੋਂ ਭਰਮ ਭੁਲੇਖੇ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਦੇ ਮਨਾਂ ਦੇ ਵਿੱਚ ਆਯੁਰਵੇਦਾ ਸੰਬੰਧੀ ਬਹੁਤ ਭਰਮ ਭੁਲੇਖੇ ਨੇ। ਨਾ ਸਿਰਫ ਭਰਮ ਭੁਲੇਖੇ ਕੱਢਣਾ ਬਲਕਿ ਤੁਹਾਨੂੰ ਨਿਰੋਗ ਰੱਖਣਾ, ਤੁਹਾਨੂੰ ਸਵਸਥ ਰੱਖਣਾ ਵੀ ਇਸ ਪ੍ਰੋਗਰਾਮ ਦਾ ਇੱਕ ਹਿੱਸਾ ਹੈ। ਬਿਮਾਰੀਆਂ ਦਾ ਇਲਾਜ ਹੁੰਦਾ, ਹੋਣਾ ਵੀ ਚਾਹੀਦਾ। ਤੁਹਾਡੀਆਂ ਵੱਖ-ਵੱਖ ਵਿਧੀਆਂ ਨਾਲ ਇਲਾਜ ਹੁੰਦੇ ਨੇ, ਪਰ ਜ਼ਰੂਰੀ ਹੁੰਦਾ ਕਿ ਕੋਈ ਅਜਿਹੀ ਵਿਧੀ ਵੀ ਹੋਵੇ ਤੁਹਾਨੂੰ ਨਿਰੋਗ ਰੱਖੇ, ਤੁਹਾਨੂੰ ਉਹ ਰੋਗ ਪੈਦਾ ਹੀ ਨਾ ਹੋਣ, ਤੁਹਾਨੂੰ ਉਹ ਰੋਗ ਲੱਗਣ ਹੀ ਨਾ, ਤੁਹਾਨੂੰ ਡਾਕਟਰਾਂ ਵੱਲ ਝਾਕ ਰੱਖਣੀ ਹੀ ਨਾ ਪਵੇ। ਇਹ ਹੈ ਆਯੁਰਵੇਦਾ ਦੇ ਵਿੱਚ। ਇਸੇ ਕਰਕੇ ਇਸ ਆਯੁਰਵੇਦਾ ਦੇ ਜ਼ਰੀਏ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਜਿਨ੍ਹਾਂ ਦੀਆਂ ਕੋਈ ਬਿਮਾਰੀਆਂ ਨੇ ਉਹਨਾਂ ਦਾ ਇਲਾਜ ਤਾਂ ਹੋਵੇ ਹੀ, ਦੁਬਾਰਾ ਉਹ ਕਿਸੇ ਵੀ ਬਿਮਾਰੀ ਦਾ ਸ਼ਿਕਾਰ ਨਾ ਹੋਣ। ਇਸ ਸੰਬੰਧੀ ਵੀ ਤੁਹਾਨੂੰ ਲਗਾਤਾਰ ਜਾਣਕਾਰੀ ਦਿੱਤੀ ਜਾਂਦੀ ਹੈ। ਹਰ ਐਪੀਸੋਡ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਕੋਈ ਪਾਰਟੀਕੂਲਰ ਬਿਮਾਰੀ ਬਾਰੇ ਜਾਂ ਪਾਰਟੀਕੂਲਰ ਤੁਹਾਡੇ ਸਰੀਰ ਦੇ ਕਿਸੇ ਅੰਗ ਬਾਰੇ ਗੱਲਬਾਤ ਕੀਤੀ ਜਾਵੇ, ਤਾਂ ਜੋ ਤੁਹਾਡੀ ਜਿਗਿਆਸਾ ਜਿਹੜੀ ਹੈ ਉਹ ਵੀ ਖਤਮ ਹੋਵੇ, ਜਾਂ ਤੁਸੀਂ ਉਸ ਬਿਮਾਰੀ ਤੋਂ ਪੀੜਤ ਹੋਵੋ ਜਾਂ ਉਸ ਅੰਗ ਤੋਂ ਪ੍ਰਭਾਵਿਤ ਹੋਵੋ, ਤਾਂ ਤੁਹਾਨੂੰ ਪਤਾ ਲੱਗ ਜਾਏ ਕਿ ਤੁਸੀਂ ਕਿਸ ਤਰੀਕੇ ਨਾਲ ਆਪਣਾ ਇਲਾਜ ਕਰਾ ਸਕਦੇ ਹੋ। ਸਟੀਕ ਤੇ ਸਧਾਰਨ ਇਲਾਜ ਆਯੁਰਵੇਦਾ ਦੇ ਜ਼ਰੀਏ। ਸਾਡੇ ਨਾਲ ਖਾਸ ਪੈਨਲ ਮੌਜੂਦ ਹੈ ਔਰ ਅੱਜ ਮਾਮਲਾ ਦਿਲ ਦਾ। ਜੀ ਹਾਂ, ਦਿਲ ਦੀ ਗੱਲ ਕਰਾਂਗੇ। ਅਕਸਰ ਹੀ ਦਿਲ ਦੀਆਂ ਬਿਮਾਰੀਆਂ ਨੂੰ ਸਿਰਫ ਤੇ ਸਿਰਫ ਇੱਕ ਗੋਲ ਚੱਕਰ ਦੇ ਵਿੱਚ ਹੀ ਘੇਰਾ ਪਾ ਕੇ ਦੇਖ ਲਿੱਤਾ ਜਾਂਦਾ ਕਿ ਹਾਰਟ ਅਟੈਕ ਹੈ, ਇਹ ਸਿਰਫ ਦਿਲ ਦੇ ਰੋਗਾਂ ਦੇ ਨਾਲ ਜੁੜਿਆ ਹੋਇਆ ਮਸਲਾ। ਇਸ ਸੰਬੰਧੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਰਾਂਗੇ। ਸਾਡੇ ਨਾਲ ਪੈਨਲ ਮੌਜੂਦ ਹੈ। ਸਭ ਤੋਂ ਪਹਿਲਾਂ ਸਵਾਗਤ ਕਰ ਦਿੰਦੇ ਹਾਂ ਪੈਨਲ ਦਾ। ਵੈਦ ਜਗਤਾਰ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਹੈ ਵੈਦ ਸਾਹਿਬ। ਡਾਕਟਰ ਮਨਦੀਪ ਵਰਮਾ ਜੀ, ਬਹੁਤ ਬਹੁਤ ਸਵਾਗਤ ਹੈ। ਡਾਕਟਰ ਦੀਕਸ਼ਾ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਅਸੀਂ ਪਹਿਲਾ ਐਪੀਸੋਡ ਕੀਤਾ ਸੀ ਤਾਂ ਸਾਡਾ ਸਾਰਾ ਪੈਨਲ ਘਬਰਾਇਆ ਹੋਇਆ ਸੀਗਾ ਵੀ ਪਤਾ ਨਹੀਂ ਕਿਵੇਂ ਦੀਆਂ ਗੱਲਾਂ ਹੋਣਗੀਆਂ, ਕੀ ਗੱਲਾਂ ਹੋਣਗੀਆਂ। ਅੱਜ ਇੱਦਾਂ ਲੱਗਦਾ ਮੇਰੇ ਤੋਂ ਵੱਧ ਕੌਨਫੀਡੈਂਸ ਨੇ ਅਤੇ ਵਧੀਆ ਤਰੀਕੇ ਨਾਲ ਨਾ ਸਿਰਫ ਜਵਾਬ ਦਿੰਦੇ ਨੇ ਬਲਕਿ ਜਾਗਰੂਕ ਕਰਦੇ ਨੇ ਮਰੀਜ਼ਾਂ ਨੂੰ ਕਿ ਠੀਕ ਹੈ, ਤੁਹਾਡੇ ਮਨ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਭਰਮ ਭੁਲੇਖਾ, ਤੁਸੀਂ ਫੋਨ ਕਰੋ। ਫੋਨ ਕਰਨ ਦਾ ਕੋਈ ਪੈਸਾ ਨਹੀਂ ਹੈ। ਆਪਣੀ ਕੋਈ ਵੀ ਤੁਹਾਡੀ ਜਿਗਿਆਸਾ ਹੈਗੀ ਹੈ, ਤੁਸੀਂ ਇਹਨਾਂ ਨਾਲ ਗੱਲ ਕਰਕੇ ਕੱਢ ਸਕਦੇ ਹੋ। ਔਰ ਬਹੁਤ ਸਾਰੇ ਇਹਨਾਂ ਨੂੰ ਟੈਲੀਫੋਨ ਆਉਂਦੇ ਵੀ ਨੇ। ਲਗਾਤਾਰ ਨੰਬਰ ਥੱਲੇ ਫਲੈਸ਼ ਕਰ ਰਹੇ ਹਾਂ ਅਸੀਂ। ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਤੁਸੀਂ ਲਗਾਤਾਰ ਗੱਲ ਕਰ ਸਕਦੇ ਹੋ ਇਹਨਾਂ ਨਾਲ। ਲਾਸਟ ਐਪੀਸੋਡ ਦੇ ਵਿੱਚ ਅਸੀਂ ਗੱਲ ਕੀਤੀ ਸੀ ਖਾਸ ਤੌਰ 'ਤੇ ਰੀੜ੍ਹ ਦੀ ਹੱਡੀ ਬਾਰੇ ਔਰ ਉਸ ਦੇ ਨਾਲ ਜੁੜੇ ਹੋਏ ਹੋਰ ਬਿਮਾਰੀਆਂ ਬਾਰੇ। ਅਕਸਰ ਹੀ ਲੋਕਾਂ ਨੂੰ ਇੱਕ ਭੁਲੇਖਾ ਪੈ ਜਾਂਦਾ ਕਿ ਨਸਾਂ ਤੇ ਨਾੜਾਂ ਇੱਕੋ ਹੀ ਨੇ ਔਰ ਨਸਾਂ ਦੀ ਬਿਮਾਰੀ, ਨਾੜਾਂ ਦੀ, ਜਦੋਂ ਵੀ ਤੁਸੀਂ ਡਾਕਟਰ ਕੋਲ ਜਾਂਦੇ ਹੋ ਤਾਂ ਕਹਿੰਦੇ ਸਾਡੀਆਂ ਨਸਾਂ ਬਲੌਕ ਹੋ ਗਈਆਂ ਜੀ, ਨਾੜਾਂ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੀਆਂ। ਉਹ ਇੱਦਾਂ ਦੀ ਕਨਫਿਊਜ਼ਨ ਹੁੰਦੀ ਹੈ ਕਿ ਨਸਾਂ ਤੇ ਨਾੜਾਂ ਇੱਕੋ ਹੀ ਨੇ, ਕਿਉਂਕਿ ਪੰਜਾਬੀ ਦੇ ਵਿੱਚ, ਪੰਜਾਬੀ ਦੀ ਭਾਸ਼ਾ ਦੇ ਵਿੱਚ ਅੰਤਰ ਬਹੁਤ ਵੱਡਾ ਆ ਜਾਂਦਾ। ਇੱਕ ਇੱਕ ਅੱਖਰ ਦਾ ਵੀ ਅੰਤਰ ਹੈ, ਬਹੁਤ ਵੱਡਾ ਆ ਜਾਂਦਾ। ਸ਼ੁਰੂਆਤ ਵੈਦ ਜਗਤਾਰ ਪੰਨੂ ਸਾਹਿਬ ਤੋਂ ਹੀ ਕਰਦੇ ਨੇ। ਪੰਨੂ ਸਾਹਿਬ, ਨਸਾਂ ਤੇ ਨਾੜਾਂ ਦੇ ਵਿੱਚ ਫਰਕ ਹੈਗਾ? ਆਮ ਜਿਹੜਾ ਮਰੀਜ਼ ਆਉਂਦਾ ਤੁਹਾਡੇ ਕੋਲ ਉਹਨੂੰ ਸ਼ਾਇਦ ਨਹੀਂ ਪਤਾ ਨਸਾਂ ਕੀ ਨੇ, ਨਾੜਾਂ ਕੀ ਨੇ। ਇਸ ਸੰਬੰਧੀ ਬਿਮਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ। ਨਸਾਂ ਤੇ ਨਾੜਾਂ ਦੀ ਪਰਿਭਾਸ਼ਾ ਕੀ ਹੈ? ਜਿਹੜੀਆਂ ਨਸਾਂ ਨੇ ਜੀ ਉਹ ਦਿਮਾਗ ਤੋਂ ਕਰੰਟ ਲੈ ਕੇ ਜਾਂਦੇ ਸਰੀਰ ਦੇ ਵਿੱਚ ਜੀ। ਜਿਹੜੀਆਂ ਨਾੜਾਂ ਨੇ ਜੀ ਉਹ ਹਾਰਟ ਤੋਂ ਲੈ ਕੇ ਜਾਂਦੀਆਂ ਨੇ ਜੀ। ਉਹ ਚੰਗਾ ਖੂਨ ਲੈ ਕੇ ਜਾਂਦੇ ਤੇ ਮਾੜਾ ਖੂਨ ਲਿਆ ਕੇ ਪੰਪ ਕਰਕੇ ਫਿਰ ਵਾਪਸ ਭੇਜਦੇ ਨੇ ਜੀ। ਉਹ ਇਹ ਕੋਈ ਮਰੀਜ਼ ਇੱਦਾਂ ਵੀ ਹੁੰਦੇ ਨੇ ਕਿ ਜਿਨ੍ਹਾਂ ਦੀ ਨਸਾਂ ਦੀ ਬਿਮਾਰੀ ਅਤੇ ਨਾੜਾਂ ਦੀ ਬਿਮਾਰੀ ਇਕੱਠੀ ਹੋਵੇ, ਜਾਂ ਡਿਫਰੈਂਸ਼ੀਏਟ ਹੁੰਦਾ? ਨਾੜਾਂ ਦੀ ਬਿਮਾਰੀ ਅਲੱਗ ਹੈ, ਨਸਾਂ ਦੀ ਬਿਮਾਰੀ ਅਲੱਗ ਹੈ? ਕਿਉਂਕਿ ਜਿਹੜਾ ਵੀ ਮਰੀਜ਼ ਤੁਹਾਡੇ ਕੋਲ ਆਉਣਾ ਉਹਨੇ ਹੀ ਕਹਿਣਾ ਮੇਰੀਆਂ ਨਸਾਂ ਅਤੇ ਨਾੜਾਂ ਖਰਾਬ ਨੇ ਜਾਂ ਨਸਾਂ ਨਾੜਾਂ ਦੇ ਵਿੱਚ ਬਲੋਕੇਜ ਹੈ। ਇਹ ਫਿਰ ਤੁਸੀਂ ਕਿਵੇਂ ਉਹਨੂੰ ਸਮਝਾਉਂਦੇ ਹੋ ਕਿ ਨਸਾਂ ਅਲੱਗ ਨੇ, ਨਾੜਾਂ ਅਲੱਗ ਨੇ? ਨਹੀਂ, ਕੁਝ ਤਾਂ ਚਲੋ ਅਸੀਂ ਆਪਸ ਵਿੱਚ ਸਿਮਟਨ ਵੀ ਦੇਖ ਲੈਂਦੇ ਹਾਂ ਜੀ। ਕੁਝ ਫਿਰ ਉਹਨਾਂ ਕੋਲ ਵੀ ਰਿਪੋਰਟਾਂ ਹੁੰਦੀਆਂ ਨੇ ਜੀ। ਜੇ ਕੁਝ ਹੋਰ ਸਾਨੂੰ ਸਮਝ ਨਹੀਂ ਲੱਗਦੀ ਹੈ ਜੀ, ਅਸੀਂ ਆਪ ਤੋਂ ਡਿਸਕਸ ਕਰਕੇ ਉਹਨਾਂ ਨੂੰ ਕਹਿ ਦਿੰਦੇ ਹਾਂ ਵੀ ਭਾਈ ਆਹ ਰਿਪੋਰਟਾਂ ਕਰਾ ਕੇ ਲੈ ਕੇ ਆਓ ਜੀ। ਕਿਉਂਕਿ ਨਸਾਂ ਤੇ ਨਾੜਾਂ ਦਾ ਗੱਲ ਹੀ ਰਿਪੋਰਟ ਦੋਨਾਂ, ਦੇਖੋ ਨਸਾਂ ਦਿਮਾਗ ਤੋਂ ਨੇ ਜੀ ਅਤੇ ਨਾੜਾਂ ਆਪਣੇ ਹਾਰਟ ਤੋਂ ਕੰਮ ਕਰਦੀਆਂ ਨੇ ਜੀ। ਉਹ ਇਹ ਜਿਹੜੇ ਨਾੜਾਂ ਨੇ ਇਹਨਾਂ 'ਚ ਤਾਂ ਖੂਨ ਚੱਲਦਾ ਜੀ, ਜਿਹੜੇ ਨਸਾਂ ਨੇ ਉਹ 'ਚ ਕਰੰਟ ਚੱਲਦਾ ਜੀ। ਹਾਂਜੀ, ਦੋਨਾਂ ਦੇ ਵਿੱਚ ਬਹੁਤ ਫਰਕ ਹੈ ਜੀ। ਔਰ ਬੜੀਆਂ ਸੂਖਮ ਨੇ। ਹਾਂ, ਦੋਨੇ। ਹਾਂਜੀ, ਇਹਨਾਂ ਦੀ ਬਿਮਾਰੀ ਇੱਕ ਵਾਰ ਲੱਗ ਜਾਏ ਤਾਂ ਬੜੀ ਮੁਸ਼ਕਲ ਠੀਕ ਹੁੰਦੀ ਹੈ। ਜਾਂ ਸਟੀਕ ਇਲਾਜ ਹੈ ਆਯੁਰਵੇਦਾ ਦੇ ਵਿੱਚ? ਨਹੀਂ, ਆਯੁਰਵੇਦ ਵਿੱਚ ਸਟੀਕ ਇਲਾਜ ਹੈਗੇ, ਬਿਲਕੁਲ ਜੀ ਹੈਗਾ ਜੀ। ਗੱਲ ਤਾਂ ਇਹ ਆ ਵੀ ਜੇ ਤੁਹਾਨੂੰ ਰੋਗ ਦੀ ਸਮਝ ਆ ਜੀ, ਉਹਦਾ ਇਲਾਜ ਤਾਂ ਹੀ ਸੌਖਾ ਕਰ ਸਕਦੇ ਹੋ ਜੀ। ਠੀਕ ਹੈ, ਡਾਕਟਰ ਸਾਹਿਬ ਤੋਂ ਐਡ ਆਨ ਕਰਾ ਲੈਣੇ ਵਰਮਾ ਸਾਹਿਬ ਤੋਂ। ਵਰਮਾ ਸਾਹਿਬ, ਇਹ ਕਨਫਿਊਜ਼ਨ ਜਿਹੜੀ ਰਹਿੰਦੀ ਹੈ ਨਸਾਂ ਤੇ ਨਾੜਾਂ ਦੀ, ਇਹ ਕਨਫਿਊਜ਼ਨ ਕੀ ਹੈ ਅਸਲ ਦੇ ਵਿੱਚ? ਜੇ ਤੁਸੀਂ ਡੈਫੀਨੇਸ਼ਨ ਦੇਣੀ ਹੋਵੇ ਨਾੜਾਂ ਦੀ ਜਾਂ ਨਸਾਂ ਦੀ, ਉਹ ਕਿਵੇਂ ਦਿਓ? ਐਕਚੁਅਲੀ ਹੁੰਦਾ ਕੀ ਆ, ਜਿਹੜੀ ਇਹਦੀ ਕਨਫਿਊਜ਼ਨ ਹੋ ਜਾਂਦੀ ਹੈ ਬੇਸਿਕਲੀ ਜਦ ਹਰ ਇੱਕ ਡਾਕਟਰ ਦੀ ਆਪਣੀ ਭਾਸ਼ਾ ਹੈ ਪੇਸ਼ੈਂਟ ਨੂੰ ਸਮਝਾਉਣ ਦੀ। ਕਿਉਂਕਿ ਹੁਣ ਜਿਹੜੀ ਸਾਡੀ ਮੈਡੀਕਲ ਲਾਈਨ ਦੀ ਭਾਸ਼ਾ ਆ ਜਾਂ ਸਾਡੇ ਮੈਡੀਕਲ ਲਾਈਨ ਦੇ ਸ਼ਬਦ ਨੇ, ਉਹ ਆਮ ਨੋਰਮਲ ਬੰਦੇ ਨੂੰ ਸਮਝ ਨਹੀਂ ਆਉਂਦੇ। ਜਦੋਂ ਆਪਣੇ ਪੇਸ਼ੈਂਟ ਦੇ ਬਾਰੇ ਪੁੱਛਣ ਜਾਂਦੇ ਆ ਤਾਂ ਡਾਕਟਰ ਜਦ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਵਰਤਣ ਦਾ ਕੋਸ਼ਿਸ਼ ਕਰਦੇ ਆ ਤਾਂ ਇਹ 'ਚ ਥੋੜ੍ਹੀ ਕਨਫਿਊਜ਼ਨ ਹੋ ਜਾਂਦੀ ਹੈ। ਬੇਸਿਕਲੀ ਕੀ ਆ, ਜਦ ਦਿਮਾਗ ਨਾਲ ਸੰਬੰਧਿਤ ਕੋਈ ਬਿਮਾਰੀ ਉੱਠ ਗਈ ਅਤੇ ਅਧਰੰਗ ਹੋ ਗਿਆ, ਪੈਰਾਲਾਈਸਿਸ ਹੋ ਗਿਆ
ਇਹ ਚੀਜ਼ਾਂ ਆ ਗਈਆਂ, ਜਾਂ ਆਪਣਾ ਕੋਈ ਪਾਸਾ ਖੜ ਗਿਆ, ਕਈ ਵਾਰ ਕਹਿੰਦੇ ਆ ਹੱਥ ਸੁੰਨ ਰਹਿਣ ਲੱਗ ਗਏ, ਇਹ ਚੀਜ਼ਾਂ ਇਹ ਨਸਾਂ ਦੇ ਨਾਲ ਸੰਬੰਧਿਤ ਨੇ। ਤਾਂ ਇਹ ਉਹ 'ਚ ਆਪਾਂ ਜਦ ਡਾਕਟਰ ਕੋਲ ਜਾਂਦੇ ਵੀ ਅਧਰੰਗ ਹੋ ਗਿਆ, ਉਹ ਦੱਸਦੇ ਵੀ ਦਿਮਾਗ ਤੋਂ ਜਿਹੜੀਆਂ ਨਸਾਂ ਆਉਂਦੀਆਂ ਸੀ ਉਹਨਾਂ ਦੀ ਦਿੱਕਤ ਆ ਗਈ, ਉਹ ਨਸਾਂ ਬਲੋਕ ਹੋ ਗਈਆਂ ਜਾਂ ਕੁਛ ਹੋ ਗਿਆ। ਉਹ ਦੂਜੇ ਪਾਸੇ ਜੇ ਹਾਰਟ ਅਟੈਕ ਹੋ ਗਿਆ ਤਾਂ ਜਾਂ ਕੋਈ ਸਰੀਰ ਦਾ ਅੰਗ ਪੈਰ ਕਾਲਾ ਪੈ ਗਿਆ, ਗੈਂਗਰੀਨ ਹੋ ਗਿਆ, ਤਾਂ ਉਹ 'ਚ ਕੀ ਆ, ਉਹ 'ਚ ਨਾੜਾਂ ਹੁੰਦੀਆਂ ਨੇ, ਆਰਟਰੀਜ਼, ਵੇਨਸ, ਤਾਂ ਉਹਨਾਂ ਦੇ ਵਿੱਚ ਕਲੋਟ ਆ ਜਾਂਦੇ ਆ। ਜਿੱਥੇ ਬਲੱਡ ਸਪਲਾਈ ਪ੍ਰੋਪਰ ਨਹੀਂ ਜਾਂਦੀ ਤਾਂ ਉਹ ਬਲੋਕੇਜ ਹੋ ਕੇ ਖਰਾਬ ਹੋ ਜਾਂਦਾ ਏਰੀਆ। ਆ ਮੋਟਾ ਫਰਕ ਨਸਾਂ ਤੇ ਨਾੜਾਂ ਦੇ ਵਿੱਚ ਹੈ, ਕਿਉਂਕਿ ਕਨਫਿਊਜ਼ਨ ਜਿਹੜੀ ਉਹ ਮਰੀਜ਼ਾਂ ਨੂੰ ਵੀ ਰਹਿੰਦੀ ਹੈ ਕਿ ਨਸਾਂ ਬਲੌਕ ਹੋ ਗਈਆਂ ਜਾਂ ਨਾੜਾਂ ਬਲੌਕ ਹੋ ਗਈਆਂ। ਤਾਂ ਇਹ ਬਹੁਤ ਬਿਹਤਰ ਤਰੀਕੇ ਦੇ ਨਾਲ ਡਾਕਟਰ ਸਾਹਿਬ ਨੂੰ ਸਮਝਾ ਦਿੱਤਾ। ਔਰ ਜਿਹੜੇ ਡਾਕਟਰ ਨੇ ਉਹ ਆਮ ਭਾਸ਼ਾ ਦੇ ਵਿੱਚ ਪਬਲਿਕ ਨੂੰ ਸਮਝਾਉਣ ਦੀ, ਲੇਮੈਨ ਦੀ ਭਾਸ਼ਾ ਦੇ ਵਿੱਚ ਸਮਝਾਉਣ ਦੀ ਜਦੋਂ ਕੋਸ਼ਿਸ਼ ਕਰਦੇ ਨੇ, ਉੱਥੇ ਥੋੜ੍ਹੀ ਜਿਹੀ ਮਿਸਕਮਿਊਨੀਕੇਸ਼ਨ ਆ ਜਾਂਦਾ। ਚਲੋ ਅੱਜ ਆਪਾਂ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ, ਆਪਾਂ ਹਾਰਟ ਦੀ ਗੱਲ ਕਰਾਂਗੇ। ਬਹੁਤ ਸਾਰੇ ਕੇਸਿਸ ਇਹਨਾਂ ਦਿਨਾਂ ਦੇ ਵਿੱਚ ਸਾਹਮਣੇ ਆ ਰਹੇ ਨੇ। ਤੁਸੀਂ ਦੇਖਿਆ ਹੋਣਾ ਇੱਥੋਂ ਪੰਜਾਬੀ ਜੇ ਬਾਹਰ ਜਾ ਰਹੇ ਨੇ ਤਾਂ 35 ਸਾਲ 30 ਸਾਲ ਦੇ ਨੌਜਵਾਨ ਨੇ ਜਿਹੜੇ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਨੇ। ਜਿਮਸ ਦੇ ਵਿੱਚ ਜਾਂਦੇ ਨੇ, ਉੱਥੇ ਆਪਣੀ ਵਰਜਿਸ਼ ਕਰਦੇ ਨੇ, ਉਹ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਨੇ। ਬਹੁਤ ਵੀਡੀਓਜ਼ ਤੁਸੀਂ ਵਾਇਰਲ ਹੁੰਦੀਆਂ ਉਹ ਵੀ ਦੇਖੀਆਂ ਹੋਣੀਆਂ, ਵਿਆਹ ਸਮਾਗਮ ਦੇ ਵਿੱਚ ਕੋਈ ਨੱਚ ਗਾ ਰਿਹਾ, ਉਹ ਇੱਕਦਮ ਹਾਰਟ ਅਟੈਕ ਦਾ ਸ਼ਿਕਾਰ ਹੋ ਰਿਹਾ। ਕੀ ਇਹ ਹਾਰਟ ਅਟੈਕ ਦੀ ਜਿਹੜੀ ਗਿਣਤੀ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ? ਔਰ ਹਾਰਟ ਅਟੈਕ ਤੇ ਸਡਨ ਅਟੈਕ, ਇਹਨਾਂ ਦੇ ਵਿੱਚ ਕੋਈ ਫਰਕ ਹੈਗਾ? ਇਹ ਸਮਝਣਾ ਬੜਾ ਜ਼ਰੂਰੀ ਹੈ। ਸ਼ੁਰੂਆਤ ਵੈਦ ਪੰਨੂ ਸਾਹਿਬ ਤੋਂ ਕਰ ਲੈਂਦੇ ਹਾਂ। ਪੰਨੂ ਸਾਹਿਬ, ਹਾਰਟ ਦਾ ਜਿਹੜਾ ਕੰਸਰਨ ਹੈ ਉਹ ਆਪਾਂ ਕਹਿੰਦੇ ਹਾਂ ਕਿ ਬਹੁਤ ਸੂਖਮ ਹੈ। ਹਾਂਜੀ, ਹਾਰਟ ਹੀ ਇੰਜਣ ਹੈ ਸਾਡੇ ਸਰੀਰ ਦਾ, ਉਤੋਂ ਕੁਝ ਵੀ ਗੜਬੜੀ ਹੋ ਗਈ ਤਾਂ ਬਹੁਤ ਦਿੱਕਤ ਆ ਜਾਂਦੀ ਹੈ। ਹਾਰਟ ਦੇ ਸੰਬੰਧ ਦੇ ਵਿੱਚ ਆਯੁਰਵੇਦਾ ਕੀ ਕਹਿੰਦਾ? ਆਯੁਰਵੇਦਾ ਦੇ ਵਿੱਚ ਹਾਰਟ ਨਾਲ ਸੰਬੰਧਿਤ ਬਿਮਾਰੀਆਂ ਦਾ ਸਟੀਕ ਇਲਾਜ ਹੈ? ਹਾਂਜੀ, ਆਯੁਰਵੇਦ ਇਲਾਜ ਸੰਭਵ ਆ ਜੀ। ਤੇ ਨਾਲੇ ਕੋਈ ਹਾਰਟ ਦੀ ਪ੍ਰੋਬਲਮ ਆ ਜੀ, ਕੋਈ ਬੀਪੀ ਦੀ ਆ, ਕੋਈ ਦਿਲ ਦੀ ਧੜਕਣ ਵੱਧਦੀ ਹੈ, ਕੋਈ ਕੋਲੇਸਟ੍ਰੋਲ ਵੱਧਦਾ ਜੀ, ਜਾਂ ਕੋਈ ਪੰਪ ਘੱਟ ਕੰਮ ਕਰਦਾ, ਜਾਂ ਕੋਈ ਹੋਰ ਵੀ ਚੀਜ਼ਾਂ ਨੇ ਜੀ ਸਾਡੇ ਕੋਲ, ਜਾਂ ਨਾੜੀਆਂ ਬਲੌਕ ਨੇ ਜੀ ਸਾਡੇ ਕੋਲ, ਜਾਣੀ ਕਿ ਇਹਦਾ ਇਲਾਜ ਬਹੁਤ ਸੰਭਵ ਆ ਜੀ। ਬਹੁਤ ਵਧੀਆ ਤਰੀਕੇ ਸਾਡੇ ਰਿਜ਼ਲਟ ਆਉਂਦੇ ਨੇ ਇਸ ਗੱਲ ਦੇ ਜੀ। ਨਾਲੇ ਇਹਦਾ ਕੋਈ ਉਮਰ ਨਾਲ ਸੰਬੰਧ ਨਹੀਂ ਹੈਗਾ ਜੀ। ਇਹ ਆਮ ਕਰਕੇ ਆਪਾਂ ਕਹਿੰਦੇ ਹਾਂ ਜੀ, ਇਹ ਬੀਪੀ ਦਾ ਜਾਂ ਕਿਸੇ ਕੋਲੇਸਟ੍ਰੋਲ, ਇਹਦਾ ਉਮਰ ਦਾ ਕੋਈ ਸੰਬੰਧ ਨਹੀਂ ਹੈਗਾ ਜੀ। ਨਹੀਂ ਤਾਂ ਪਹਿਲਾਂ ਇਹ ਕਿਹਾ ਜਾਂਦਾ ਸੀਗਾ ਕਿ 60 ਸਾਲ ਤੋਂ ਉੱਤੇ ਵਾਲਿਆਂ ਨੂੰ ਹਾਰਟ ਅਟੈਕ ਹੁੰਦਾ, ਉਸ ਤੋਂ ਥੱਲੇ ਨਹੀਂ। ਪਰ ਹੁਣ ਤਾਂ ਅਸੀਂ ਲਗਾਤਾਰ ਦੇਖ ਰਹੇ 20 ਸਾਲ ਦੇ ਸੁਣਦੇ ਆ ਕਿ ਅੱਜਕੱਲ ਕਿੰਨੇ ਛੋਟੀ ਉਮਰ ਦੇ ਵਿੱਚ ਅਟੈਕ ਆ ਗਿਆ। ਅੱਛਾ, ਇੱਕ ਡਾਕਟਰ ਦੀਕਸ਼ਾ ਤੁਹਾਡੇ ਤੋਂ ਮੈਂ ਪੁੱਛਣਾ ਚਾਹੁੰਦਾ ਕਿ ਕਈ ਵਾਰ ਇਹ ਕਿਹਾ ਜਾਂਦਾ ਕਿ ਹਾਰਟ ਤੁਹਾਡਾ ਘੱਟ ਕੰਮ ਕਰ ਰਿਹਾ, ਉਹਦਾ ਮਤਲਬ ਕੀ ਹੈ? ਹਾਰਟ ਤਾਂ ਉਹੀ ਹੈ, ਘੱਟ ਕੰਮ ਕਰਨਾ ਜਾਂ ਵੱਧ ਕੰਮ ਕਰਨਾ, ਉਹ ਕੀ ਚੀਜ਼ ਹੈ? ਹਾਰਟ ਘੱਟ ਕੰਮ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਪ੍ਰੋਪਰ ਬਲੱਡ ਫਲੋ ਨਹੀਂ ਹੋ ਰਿਹਾ। ਪ੍ਰੋਪਰ ਜਿਹੜੀ ਪੰਪਿੰਗ ਆ ਹਾਰਟ ਦੀ, ਹਾਰਟ ਜਿਹੜਾ ਬਲੱਡ ਪੰਪ ਕਰਦਾ ਉਹ ਪੰਪਿੰਗ ਸਹੀ ਨਹੀਂ। ਇਹ ਡਿਜ਼ੀਜ਼ ਹੁੰਦੀ ਆ DCMP ਕਹਿੰਦੇ ਆ, ਡਾਇਲੇਟਡ ਕਾਰਡੀਓਮਾਇਓਪੈਥੀ। ਇਹ 'ਚ ਕੀ ਹੁੰਦਾ, ਇਹ 'ਚ ਜਿਹੜੀਆਂ ਹਾਰਟ ਦੀ, ਇਹ ਬੇਸਿਕਲੀ ਹਾਰਟ ਦੇ ਇੱਕ ਮਸਕੂਲਰ ਔਰਗਨ ਆ। ਜਿਵੇਂ ਆਪਾਂ ਕਹਿੰਦੇ ਆ ਸਾਡੀਆਂ ਮਾਸਪੇਸ਼ੀਆਂ ਪੱਠੇ ਆ, ਤਾਂ ਆਰਗਨ ਜਿਹੜਾ ਹਾਰਟ ਆ ਇੱਕ ਮਸਕੂਲਰ ਔਰਗਨ ਆ, ਮਾਸਪੇਸ਼ੀਆਂ ਤੋਂ ਬਣਿਆ ਹੋਇਆ। ਤਾਂ ਇਹ ਕੀ ਆ, DCMP ਦੇ ਵਿੱਚ ਕੀ ਹੁੰਦਾ, ਹਾਰਟ ਦੀ ਜਿਹੜੀ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ, ਉਹਨਾਂ ਦਾ ਜਿਹੜਾ ਵੈਂਟਰੀਕਲਸ ਆ ਜਿੱਥੋਂ ਬਲੱਡ ਬਾਹਰ ਪੰਪ ਹੋਣਾ, ਤਾਂ ਉਹ ਕੀ ਆ, ਉਹ ਫੈਲ ਜਾਂਦੇ ਆ ਤੇ ਬਹੁਤ ਪਰਤਾਂ ਪਤਲੀਆਂ ਹੋ ਜਾਂਦੀਆਂ। ਤਾਂ ਉਹਦੇ ਨਾਲ ਕੀ ਆ, ਕਿਉਂਕਿ ਇੱਕ ਜੇ ਖਾਲੀ ਚੀਜ਼ ਆ ਜਾਂ ਲਿਫਾਫਾ ਵੀ ਆ, ਉਹ 'ਚੋਂ ਆਪਾਂ ਜਦ ਕੋਈ ਚੀਜ਼ ਬਾਹਰ ਕੱਢਾਂਗੇ ਤਾਂ ਪ੍ਰੈਸ਼ਰ ਨਾਲ ਦੱਬਾਂਗੇ ਤਾਂ ਉਹ ਬਾਹਰ ਜਾਏਗਾ। ਹਾਂ, ਜੇ ਉਹ ਪ੍ਰੈਸ਼ਰ ਨਾਲ ਦੱਬਾਂਗੇ ਤਾਂ ਉਹਦੀ ਆਪਣੀ ਮੋਟਾਈ ਇੰਨੀ ਕੁ ਚਾਹੀਦੀ ਹੈ ਵੀ ਉਹ ਪ੍ਰੈਸ਼ਰ ਸਹਿ ਸਕੇ। ਤਾਂ ਉਹੀ ਕੰਮ ਹਾਰਟ ਦੇ ਉਹਦਾ ਆ, ਬਾਲ ਖਾਨਿਆਂ ਦਾ, ਜਦੋਂ ਉਹਦਾ ਪ੍ਰੋਪਰ ਪ੍ਰੈਸ਼ਰ ਨਹੀਂ ਬਣ ਪਾਉਂਦਾ ਕਿਉਂਕਿ ਉਹ ਪਤਲੇ ਹੋ ਚੁੱਕੇ ਆ, ਤਾਂ ਉਹਦਾ ਜਿਹੜਾ ਪ੍ਰੈਸ਼ਰ ਆਪਾਂ ਕਹਿੰਦੇ ਆ ਨੋਰਮਲ ਹਾਰਟ ਦਾ 55% ਦੇ ਨੇੜੇ ਤੇੜੇ ਅਸੀਂ ਨੋਰਮਲ ਮੰਨਦੇ ਆ ਵੀ ਇੰਨੀ ਕੁ ਪੰਪਿੰਗ ਠੀਕ ਆ। ਤਾਂ ਕੀ ਹੁੰਦਾ, ਜਦੋਂ ਔਰਗਨ ਸਹੀ ਕੰਮ ਨਹੀਂ ਕਰ ਰਿਹਾ, ਉਸ ਏਰੀਆ ਉਹਦਾ ਸਹੀ ਕੰਮ ਨਹੀਂ ਕਰ ਰਿਹਾ, ਤਾਂ ਉਹਦੀ ਪੰਪਿੰਗ ਘਟ ਜਾਂਦੀ ਹੈ, ਪ੍ਰੈਸ਼ਰ ਪ੍ਰੋਪਰ ਨਹੀਂ ਬਣ ਪਾਉਂਦਾ। ਤਾਂ ਕੀ ਇਹ ਪ੍ਰੈਸ਼ਰ ਜਾਂ ਪੰਪਿੰਗ ਹੈ ਦਵਾਈ ਨਾਲ ਠੀਕ ਹੋ ਸਕਦੀ ਹੈ? ਹਾਂਜੀ, ਦਵਾਈ ਨਾਲ ਠੀਕ ਹੁੰਦੀ ਹੈ ਜੀ। ਇਹ ਬੇਸਿਕਲੀ ਐਲੋਪੈਥੀ 'ਚ ਆਪਰੇਟ ਕਰਦੇ ਇਹਦਾ, ਪਰ ਸਾਡੀ ਮੈਡੀਸਨ ਨਾਲ ਬਹੁਤ ਸਾਰੇ ਪੇਸ਼ੈਂਟ ਆ ਜਿਨ੍ਹਾਂ ਦੀਆਂ ਦਿਨਾਂ ਦੇ ਵਿੱਚ ਰਿਜ਼ਲਟ ਆਇਆ ਹੈ ਇਸ ਚੀਜ਼ ਦਾ। ਇਹੋ ਜਿਹੇ ਪੇਸ਼ੈਂਟ ਵੀ ਸੀ ਜਿਹਦੀ 15% ਸੀ, ਇੱਕ ਦੀ 10-12% ਸੀ, ਉਹ ਦਿਨਾਂ 'ਚ 30-35% ਤੇ ਗਿਆ। ਕਿਉਂਕਿ ਇੱਕ ਇਹੋ ਜਿਹੀ ਬਿਮਾਰੀ ਹੈ ਜਿਹੜਾ ਆਪਾਂ ਕਹਿ ਦਿੰਦੇ ਹਾਂ ਹਾਰਟ ਘੱਟ ਕੰਮ ਕਰਦਾ। ਇਹ 'ਚ ਜੇ ਆਪਰੇਟ ਕਰਨਾ ਡਾਕਟਰ ਨੇ ਕਿਸੇ ਦਾ ਕਿਸੇ ਚੀਜ਼ ਦੇ ਲਈ, ਤਾਂ ਉਹ ਪਹਿਲਾਂ ਹੀ ਦੇਖਦੇ ਆ ਪੰਪਿੰਗ ਘੱਟ ਆ ਤਾਂ ਆਪਰੇਟ ਕੈਂਸਲ ਨਹੀਂ ਹੋ ਸਕਦਾ ਜੀ, ਕਿਉਂਕਿ ਹਾਰਟ ਦਾ ਫਲੋ ਹੀ ਨਹੀਂ ਪ੍ਰੋਪਰ ਬਣੇਗਾ। ਵੈਸੇ ਤੁਰ ਫਿਰ ਨਹੀਂ ਸਕਦਾ ਬੰਦਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਗੁਰਦੇ ਖਰਾਬ ਆ, ਡਾਇਲਸਿਸ ਦੀ ਜ਼ਰੂਰਤ ਆ ਵੀ ਉਹਨੂੰ ਸਾਹ ਚੜਦਾ, ਉਸੇ ਤਰ੍ਹਾਂ ਉਹ ਬੰਦਾ ਜ਼ਿਆਦਾ ਪਾਣੀ ਨਹੀਂ ਪੀ ਸਕਦਾ, ਜ਼ਿਆਦਾ ਲਿਕੁਇਡ ਨਹੀਂ ਲੈ ਸਕਦਾ। ਇਹ ਸਭ ਤੋਂ ਗੰਦੀ ਚੀਜ਼ ਆ ਇਹ 'ਚ, ਸਾਹ ਚੜਨਾ। ਇੱਥੋਂ ਬੰਦਾ ਹਾਰਡਲੀ 10 ਕਦਮ ਚੱਲੇਗਾ, ਇੰਨੇ 'ਚ ਸਾਹ ਸਹੀ ਹੋ ਜਾਏਗਾ, ਉਹਨੂੰ ਸਾਹ ਚੜਨਾ। ਅੱਛਾ, ਇਹਦੇ 'ਚ ਵੀ ਕੋਈ ਏਜ ਲਿਮਿਟ ਹੁੰਦੀ ਹੈ ਜਾਂ ਕਿਸੇ ਨੂੰ ਵੀ ਸਮੱਸਿਆ ਆ ਸਕਦੀ ਹੈ? ਛੋਟੇ ਬੱਚਿਆਂ ਨੂੰ ਵੀ ਆ ਸਕਦੀ ਹੈ, ਇਹ 'ਚ ਕੋਈ ਏਜ ਲਿਮਿਟ ਨਹੀਂ ਹੈਗੀ। DCMP ਦਾ ਕੁਝ ਨਹੀਂ ਕਹਿ ਸਕਦੇ। ਤੇ ਇਹ ਥੋੜੀ ਆਯੁਰਵੇਦਾ ਦੀ ਦਵਾਈ ਨਾਲ ਠੀਕ ਹੋ ਸਕਦਾ? ਬਿਲਕੁਲ। ਪਰ ਇੱਕ ਆਪਾਂ ਸੁਣਦੇ ਆ, ਕਹਿੰਦੇ ਆ ਕਿ ਹਾਰਟ ਦੇ ਵਿੱਚ ਹੋਲ ਹੋ ਗਿਆ,
ਬਹੁਤ ਸਾਰੇ ਲੋਕ ਸਾਡੇ ਕੋਲ ਪੇਸ਼ੈਂਟ ਫੋਨ ਵੀ ਕਰਦੇ ਨੇ ਜਾਂ ਕੁਝ ਬਾਕੀ ਚੀਜ਼ਾਂ ਅਸੀਂ ਸੈੱਟ ਕਰ ਦਾਂਗੇ, ਪਰ ਹੋਲ ਨੂੰ ਅਸੀਂ ਸੈੱਟ ਨਹੀਂ ਕਰ ਸਕਦੇ। ਹੋਲ ਤਾਂ ਉਹ ਇੱਕ ਕਿਉਂਕਿ ਤਰ੍ਹਾਂ ਸਟਰਕਚਰਲ ਡਿਫਾਰਮਿਟੀ ਆ ਗਈ। ਹਾਂ, ਉਹ ਦਵਾਈ ਨਾਲ ਕਦੇ ਨਹੀਂ ਠੀਕ ਹੋ ਸਕਦੀ। ਨਹੀਂ, ਬੇਸਿਕਲੀ ਉਹ ਜਨਮ ਦੇ ਟਾਈਮ ਤੇ ਹੁੰਦਾ ਹੀ ਆ, ਕਿਉਂਕਿ ਬੱਚੇ 'ਚ ਕੀ ਹੁੰਦਾ, ਜਦ ਬੱਚਾ ਪੈਦਾ ਹੁੰਦਾ ਤਾਂ ਮਾਂ ਦੇ ਪੇਟ ਦੇ ਅੰਦਰ ਉਹ ਨਾਭੀ ਦੇ ਨਾਲ ਉਹਦੀ ਸਰਕੂਲੇਸ਼ਨ ਚੱਲਦੀ ਆ, ਉਦੋਂ ਤੱਕ ਨਹੀਂ ਹੁੰਦਾ। ਤਾਂ ਹਾਰਟ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਹਾਰਟ ਦੇ 4 ਖਾਨੇ ਹੁੰਦੇ ਆ। ਇੱਕ ਸਾਈਡ ਤੇ ਸ਼ੁੱਧ ਖੂਨ ਹੁੰਦਾ, ਇੱਕ ਸਾਈਡ ਤੇ ਗੰਦਾ ਖੂਨ ਹੁੰਦਾ, ਜਾਣੀ ਕਿ ਇੱਕ ਸਾਈਡ ਤੇ ਆਕਸੀਜਨੇਟਡ ਬਲੱਡ ਹੁੰਦਾ, ਇੱਕ ਸਾਈਡ ਤੇ ਡੀਆਕਸੀਜਨੇਟਡ ਬਲੱਡ ਹੁੰਦਾ। ਤਾਂ ਬੱਚੇ 'ਚ ਤਾਂ ਉਹ ਸਾਰਾ ਕੁਝ ਮਾਂ ਤੋਂ ਆਉਂਦਾ, ਹਾਰਟ ਕੰਮ ਨਹੀਂ ਕਰਦਾ। ਇਸ ਪ੍ਰੋਗਰਾਮ ਦੀ ਇਹੀ ਖੂਬਸੂਰਤੀ ਹੈ, ਜੋ ਚੀਜ਼ ਹੋ ਸਕਦੀ ਹੈ ਉਹੀ ਦਾਵਾ ਕਰਦੇ ਨੇ, ਜੋ ਚੀਜ਼ ਨਹੀਂ ਹੋ ਸਕਦੀ ਉਹ ਤੁਹਾਨੂੰ ਪਹਿਲਾਂ ਹੀ ਦੱਸ ਰਹੇ ਨੇ ਕਿ ਇਹ ਚੀਜ਼ ਨਹੀਂ ਹੋ ਸਕਦੀ ਤਾਂ ਨਹੀਂ ਹੋ ਸਕਦੀ। ਇਹ ਨਹੀਂ ਹੈ ਕਿ ਤੁਹਾਨੂੰ ਉਲਝਾਈ ਰੱਖਿਆ ਜਾਵੇ, ਤੁਹਾਨੂੰ ਦਵਾਈਆਂ ਖਵਾਉਂਦੇ ਰਹੋ, ਮੁੜ ਕੇ ਕਹਿ ਦਿਓ 6 ਮਹੀਨੇ ਬਾਅਦ ਕਿ ਨਹੀਂ ਹੋਇਆ ਜੀ, ਅਸੀਂ ਕੋਸ਼ਿਸ਼ ਬੜੀ ਕੀਤੀ। ਜੋ ਚੀਜ਼ ਨਹੀਂ ਹੋ ਸਕਦੀ ਉਹ ਨਹੀਂ ਹੋ ਸਕਦੀ। ਪੰਨੂ ਸਾਹਿਬ, ਕਦੇ ਕਦੇ ਮਨ ਦੇ ਵਿੱਚ ਆਉਂਦਾ ਨਹੀਂ ਕਿ ਚਲੋ ਟਰਾਈ ਕਰਕੇ ਦੇਖ ਲੈਂਦੇ ਕਹਦਾ ਜੀ ਵੀ ਜਿਹੜੀ ਚੀਜ਼ ਨਹੀਂ ਵੀ ਹੋ ਸਕਦੀ ਉਹ 'ਤੇ ਵੀ ਹੱਥ ਪਾ ਲਈਏ? ਨਹੀਂ, ਦੇਖੋ ਜਿਹੜੀ ਚੀਜ਼ ਅਸੰਭਵ ਆ ਉਹਨੂੰ ਸੰਭਵ ਨਹੀਂ ਕਰ ਸਕਦੇ। ਹਾਂ, ਬਹੁਤ ਬਿਮਾਰੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਅਸੀਂ ਹੱਥ ਪਾ ਲੈਂਦੇ ਹਾਂ ਜੀ, ਪਰ ਹੋਣਾ ਨਹੀਂ, ਹੁਣ ਤਾਂ ਚੀਜ਼ ਚਾਹੀਦੀ ਹੈ ਜੀ। ਜਿਹੜਾ ਹੋ ਲਿਆ ਹੋਊਗਾ ਤੁਸੀਂ ਉਹਨੂੰ ਕਿਵੇਂ ਭਰ ਦੂੰਗੇ ਜੀ? ਬਹੁਤ ਬਿਮਾਰੀਆਂ ਨੇ ਜਿਹੜੀਆਂ ਅਸੀਂ ਆਪਸ ਵਿੱਚ ਡਿਸਕਸ ਕਰਕੇ, ਕਈ ਵਾਰ ਇੱਕ ਦਾ ਜਵਾਬ ਹੁੰਦਾ, ਜੇ ਦੋ ਹਾਂ ਕਰਦੇ ਨਹੀਂ ਯਾਰ ਆਪਾਂ ਹੱਥ ਪਾ ਕੇ ਦੇਖੋ, ਤੇ ਅਸੀਂ ਕਾਮਯਾਬ ਹੀ ਹੁੰਦੇ ਉਹਨਾਂ ਗੱਲਾਂ ਦੇ ਵਿੱਚ ਜੀ। ਪਰ ਜਿਹੜੀ ਚੀਜ਼ ਨਹੀਂ ਹੋ ਸਕਦੀ ਉਹ ਤਾਂ ਸਾਡੇ ਤਿੰਨ ਨਾਲ ਲਿਖੇ 'ਚ ਨਹੀਂ ਰੱਖਣਾ ਮਰੀਜ਼ ਨੂੰ। ਨਹੀਂ, ਉਹਦੇ ਮੌਕੇ ਸਾਫ਼ ਤੇ ਜਵਾਬ ਕਰਨਾ। ਹੈ, ਜਿੱਥੇ ਹੈ ਉੱਥੇ ਅਗਲੇ ਨੂੰ ਸਾਫ਼ ਕਹਿ ਦੋ ਵੀ ਨਹੀਂ ਯਾਰ। ਅੱਛਾ, ਇੱਕ ਹੋਰ ਗੱਲ, ਜਿਹੜੀ ਬਲੱਡ ਪ੍ਰੈਸ਼ਰ ਦੀ ਗੱਲ ਕੀਤੀ ਜਾਂਦੀ ਹੈ, ਹਰ ਤੀਜੇ ਬੰਦੇ ਨੂੰ ਅੱਜ ਕੱਲ੍ਹ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ, ਉਹਦਾ ਕਨੈਕਸ਼ਨ ਵੀ ਸਿੱਧਾ ਸਿੱਧਾ ਹਾਰਟ ਦੇ ਨਾਲ ਹੈ। ਕੀ ਆਯੁਰਵੇਦਾ ਦੇ ਵਿੱਚ ਸਟੀਕ ਇਲਾਜ ਬਲੱਡ ਪ੍ਰੈਸ਼ਰ ਦਾ ਹੈ? ਕਿਉਂਕਿ ਬਲੱਡ ਪ੍ਰੈਸ਼ਰ ਦੀ ਉਹ ਕਹਿੰਦੇ ਨੇ ਕਿ ਗੋਲੀ ਲੱਗ ਗਈ ਜੀ, ਇਹ ਤੁਹਾਡੇ ਸਿਵਿਆਂ ਤੱਕ ਹੀ ਜਾਊਗੀ। ਨਹੀਂ, ਐਕਚੁਅਲੀ ਹੈ ਕੀ ਆ, ਪਹਿਲਾਂ ਆਪਾਂ ਨੂੰ ਬਲੱਡ ਪ੍ਰੈਸ਼ਰ ਸਮਝਣਾ ਚਾਹੀਦਾ। ਬਲੱਡ ਪ੍ਰੈਸ਼ਰ ਹੈ ਕੀ ਚੀਜ਼? ਬਲੱਡ ਪ੍ਰੈਸ਼ਰ ਕੀ ਆ, ਜਿਹੜਾ ਆਪਣੀਆਂ ਆਰਟਰੀਜ਼ ਆ, ਆਰਟਰੀਜ਼ ਦੇ ਵਿੱਚ ਜਦ ਬਲੱਡ ਫਲੋ ਕਰਦਾ ਤਾਂ ਉਹ ਆਰਟਰੀਜ਼ ਦੀਆਂ ਜਿਹੜੇ ਵਾਲ ਆ, ਕੰਧ ਆਰਟਰੀ ਦੀ, ਉਹਦੇ ਉੱਤੇ ਜੋ ਪ੍ਰੈਸ਼ਰ ਨਾਲ, ਫੋਰਸ ਨਾਲ ਉਹ ਚੱਲਦਾ ਆ, ਉਹ ਚੀਜ਼ ਨੂੰ ਆਪਾਂ ਬਲੱਡ ਪ੍ਰੈਸ਼ਰ ਕਹਿੰਦੇ ਆ। ਉਹ 'ਚ ਕੀ ਆ, ਉਹਦਾ ਕਾਰਨ ਦੇਖਣਾ ਪੈਂਦਾ ਵੀ ਉਹ ਕਾਹਤੇ ਵਧੇ ਆ। ਆਰਟਰੀ ਕਿਤੋਂ ਤੰਗ ਹੋ ਗਈ, ਕਿਤੇ ਕੋਈ ਦਿੱਕਤ ਆ ਗਈ, ਉਹ 'ਚ ਖੂਨ ਜਮਾ ਹੋਣ ਖੂਨ ਕਹਿਤਾ ਕਲੋਟਸ ਆਣੇ ਲੱਗ ਗਏ ਜਾਂ ਪਲੇਕਸ ਬਣ ਗਏ, ਉਹ ਤੰਗ ਹੋ ਗਈ, ਨੈਰੋ ਹੋ ਗਈ ਕਿਸੇ ਕਾਰਨ ਕਰਕੇ। ਉਹ ਜਿਹੜੇ ਕਾਰਨ ਕਰਕੇ ਆ, ਤੁਸੀਂ ਉਹ ਕਾਰਨ ਦੂਰ ਕਰ ਦੋਗੇ, ਬਲੱਡ ਪ੍ਰੈਸ਼ਰ ਠੀਕ ਹੋ ਜਾਏਗਾ। ਕਿਉਂਕਿ ਬਲੱਡ ਪ੍ਰੈਸ਼ਰ ਮੈਨੂੰ ਲੱਗਦਾ ਕਿ ਕਈ ਬਿਮਾਰੀਆਂ ਦਾ ਇਲਾਜ ਕਰ ਸਕਦੇ ਆ, ਪਰ ਬਲੱਡ ਪ੍ਰੈਸ਼ਰ ਕਈ ਬਿਮਾਰੀਆਂ ਨੂੰ ਜਨਮ ਦਿੰਦਾ। ਬਲੱਡ ਪ੍ਰੈਸ਼ਰ 'ਚ ਜ਼ਿਆਦਾ ਬਲੱਡ ਪ੍ਰੈਸ਼ਰ ਰਹਿ ਰਿਹਾ, ਹਾਰਟ ਅਟੈਕ ਸਿੱਧਾ ਚਾਂਸਿਸ ਬਣਦੇ ਆ। ਉਸ ਤੋਂ ਬਾਅਦ ਬ੍ਰੇਨ ਹੈਮਰੇਜ ਹੋਣ ਦੇ ਚਾਂਸਿਸ ਬਣਦੇ ਆ, ਅਧਰੰਗ ਹੋਣ ਦੇ ਚਾਂਸਿਸ ਬਣਦੇ ਆ, ਕਿਡਨੀਆਂ ਨੂੰ ਇਹ ਖਰਾਬ ਕਰਦਾ ਜੀ। ਜਾਣੀ ਕਿ ਬਹੁਤ ਬੀਪੀ ਵਧਣਾ ਆਪਣੇ ਆਪ 'ਚ ਇੱਕ ਬਹੁਤ ਤਕੜੀ ਸਮੱਸਿਆ ਜਿਵੇਂ ਕਿ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ ਜਿਹੜੀ, ਇਹ ਆਮ ਤੌਰ ਤੇ ਲੋਕਾਂ ਨੂੰ ਕਈਆਂ ਨੂੰ ਪਤਾ ਹੀ ਨਹੀਂ ਲੱਗਦੀ, ਕਈ ਸਾਲ ਆਪਣੇ ਨਾਲ ਹੀ ਹੰਡਾਉਂਦੇ ਰਹਿੰਦੇ ਆ, ਉਹ ਸਿੰਪਟਮਸ ਨਹੀਂ ਸਮਝ ਆਉਂਦੇ। ਬਲੱਡ ਪ੍ਰੈਸ਼ਰ ਕਿੰਨਾ ਹੋਣਾ ਚਾਹੀਦਾ? ਜੇ ਘੱਟ ਹੈ ਉਹਦਾ ਵੀ ਇਲਾਜ ਹੈ, ਵੱਧ ਹੈ ਤਾਂ ਉਹਦਾ ਵੀ ਇਲਾਜ ਹੈ? ਬਿਲਕੁਲ ਜੀ, ਜੇ 120 ਤੋਂ 80 ਹੋਣਾ ਚਾਹੀਦਾ ਜੀ। 80 ਘੱਟ, 120 ਵੱਧ। ਜੇ ਥੱਲੇ ਘੱਟ ਆ ਤਾਂ ਵੀ ਬਿਮਾਰੀ ਆ, ਜੇ ਵੱਧ ਆ ਤਾਂ ਵੀ ਬਿਮਾਰੀ ਆ। ਸਾਡੇ ਕੋਲ ਦੋਨਾਂ ਦੇ ਇਲਾਜ ਆ ਜੀ। ਵਰਮਾ ਸਾਹਿਬ, ਬੀਪੀ ਦਾ ਵੱਧ ਹੋਣਾ ਘੱਟ ਹੋਣਾ ਇਹ ਸਿੱਧਾ ਇਹਦਾ ਹਾਰਟ ਦੇ ਨਾਲ ਸੰਬੰਧਿਤ ਹੈਗੀ ਇਹ ਗੱਲ। ਹਾਰਟ ਦੀ ਜੇ ਮੈਂ ਭੂਮਿਕਾ ਪੁੱਛਣੀ ਚਾਹਾਂ ਜਾਂ ਹਾਰਟ ਦਾ ਮੁੱਖ ਕੰਮ ਪੁੱਛਣਾ ਚਾਹਾਂ ਤਾਂ ਉਹ ਤੁਹਾਡੇ ਨਜ਼ਰੀਏ ਨਾਲ ਕੀ ਹੈ, ਔਰ ਕਿੰਨਾ ਕੁ ਇੰਪੋਰਟੈਂਟ ਹੈ ਕਿ ਹਾਰਟ ਨੂੰ ਤੁਸੀਂ ਤੰਦਰੁਸਤ ਰੱਖਣਾ? ਐਕਚੁਅਲੀ ਜੇ ਗੱਲ ਕੀਤੀ ਜਾਏ, ਰੱਬ ਆਪਣੇ ਆਪ 'ਚ ਇੱਕ ਸਭ ਤੋਂ ਵੱਡਾ ਇੰਜੀਨੀਅਰ ਆ। ਉਹਨੇ ਕੋਈ ਵੀ ਚੀਜ਼ ਬਣਾਈ ਆ ਬਹੁਤ ਸੋਚ ਸਮਝ ਕੇ ਬਣਾਈ ਆ। ਹਾਂ, ਬਹੁਤ ਅੱਛਾ ਕ੍ਰੀਏਟਰ ਆ। ਤੁਸੀਂ ਇਹ ਦੇਖ ਲਓ ਵੀ ਹਾਰਟ ਆਪਣੇ ਆਪ 'ਚ, ਤੁਸੀਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਵੀ ਜਿਮ 'ਚ ਬੱਚਿਆਂ ਨੂੰ ਅਟੈਕਸ ਹੋ ਰਹੇ ਆ ਜਾਂ ਕੋਈ ਅੱਜ ਕੱਲ੍ਹ ਬਹੁਤ ਵਧਿਆ ਹੋਇਆ। ਤੁਸੀਂ ਇਹ ਦੇਖੋ, ਜਦ ਆਪਾਂ ਕਦੇ ਐਕਸਰਸਾਈਜ਼ ਕਰਦੇ ਹਾਂ ਜਾਂ ਆਪਾਂ ਰਨਿੰਗ ਕਰਦੇ ਹਾਂ ਤਾਂ ਉਸ ਟਾਈਮ ਆਪਣੀ ਧੜਕਣ ਬਹੁਤ ਵੱਧ ਜਾਂਦੀ ਹੈ। ਨੋਰਮਲ ਆਪਣੀ ਧੜਕਣ ਵੱਧ ਵੀ ਆਪਾਂ ਕਹਿੰਦੇ ਯਾਰ ਆ ਬਿਮਾਰੀ ਹੋ ਗਈ, ਕੁਛ ਹੋ ਗਿਆ, ਪਰ ਉਸ ਟਾਈਮ ਵੀ ਤਾਂ ਉਹ ਵੱਧਦੀ ਆ। ਕਾਹਤੇ ਵਧੀ? ਕਿਉਂਕਿ ਜਦ ਆਪਾਂ ਭੱਜਣਾ ਨੱਠਣਾ ਆ ਤਾਂ ਕੀ ਆ, ਸਰੀਰ ਦੇ ਬਹੁਤ ਸਾਰੇ ਔਰਗਨ ਉਸ 'ਚ ਕੰਮ ਕਰ ਰਹੇ ਆ, ਤਾਂ ਉਹਨਾਂ ਨੂੰ ਤਾਜ਼ੀ ਹਵਾ, ਆਕਸੀਜਨ ਚਾਹੀਦੀ ਆ, ਆਕਸੀਜਨੇਟਡ ਬਲੱਡ ਚਾਹੀਦਾ। ਕਿਉਂਕਿ ਬੋਡੀ 'ਚ ਉਸ ਟਾਈਮ ਇੱਕ ਤਰ੍ਹਾਂ ਡੀਟੌਕਸ ਹੋ ਰਹੀ ਆ, ਤਾਂ ਉਹਦੇ ਕਰਕੇ ਡੀਆਕਸੀਜਨੇਟਡ ਬਲੱਡ ਵਧਿਆ ਹੋਇਆ। ਤਾਂ ਉਹ ਜਿਹੜਾ ਐਟ ਏ ਟਾਈਮ ਐਕਸਰਸਾਈਜ਼ ਕਰਦੇ ਹੋਏ ਸਾਰੇ ਪਾਸੇ ਉਹਨੇ ਬਲੱਡ ਆਕਸੀਜਨੇਟਡ ਪਹੁੰਚਾਉਣਾ, ਤਾਂ ਉਹਦੇ ਲਈ ਉਹਨੂੰ ਆਪਣੀ ਪੰਪਿੰਗ ਫਾਸਟ ਕਰਨੀ ਪਏਗੀ। ਪੰਪਿੰਗ ਫਾਸਟ ਕਰੇਗਾ ਤਾਂ ਧੜਕਣ ਵਧੇਗੀ, ਤਾਂ ਪ੍ਰੋਪਰ ਆਕਸੀਜਨੇਟਡ ਬਲੱਡ ਫਲੋ ਹੋਏਗਾ। ਅੱਛਾ, ਇੱਕ ਗੱਲ ਹੋਰ ਡਾਕਟਰ ਸਾਹਿਬ, ਆਮ ਤੌਰ ਤੇ ਲੋਕਾਂ ਦੀਆਂ ਗੱਲਾਂ ਅਸੀਂ ਸੁਣਦੇ ਰਹਿੰਦੇ ਆ ਕਿ ਸਾਡੀ ਧੜਕਣ ਵੱਧ ਗਈ, ਬੈਠੇ ਦੀ ਧੜਕਣ ਕਈ ਵਾਰ ਵੱਧ ਜਾਂਦੀ ਹੈ, ਫਿਰ ਨਾਰਮਲ ਹੋ ਜਾਂਦੀ ਹੈ। ਕਈਆਂ ਲੱਗਦਾ ਕਿ ਮੇਰਾ ਦਿਲ ਘੱਟ ਧੜਕ ਰਿਹਾ, ਰੂਟੀਨ ਦੇ ਨਾਲੋਂ ਘੱਟ ਧੜਕ ਰਿਹਾ। ਇਹ ਕੋਈ ਬਿਮਾਰੀ ਹੈ ਜਾਂ ਭੁਲੇਖਾ ਹੈ, ਮਿੱਥ ਹੈ, ਜਾਂ ਇਹ ਵੀ ਇੱਕ ਪਾਰਟ ਹੈ ਦਿਲ ਦਾ?
ਐਕਚੁਅਲੀ ਮੇਨ ਕੀ ਆ, ਮੇਨ ਜਿਹੜੇ ਨਾਰਮਲ ਇੱਕ ਬੰਦੇ ਦੀ ਧੜਕਣ ਆ 60 ਤੋਂ 80 ਦੇ ਵਿੱਚ ਚਾਹੀਦੀ ਆ। ਅਸੀਂ 70 75 ਦੇ ਵਿੱਚ ਨਾਰਮਲ ਮੰਨ ਕੇ ਚੱਲਦੇ ਆ, ਫਿਰ ਵੀ 60 ਤੋਂ 80 ਕਹਿ ਦਿੰਦੇ ਆ ਵੀ ਠੀਕ ਆ। ਤੇ ਜਿਹੜਾ ਨਵਾਂ ਜੰਮਿਆ ਬੱਚਾ ਹੈ ਉਹਦੀ 70 ਤੋਂ 150 200 ਤੱਕ ਵੀ ਜਾ ਸਕਦੀ ਆ। ਪਰ ਇਹ ਆ ਵੀ ਜਿਹੜੀ ਧੜਕਣ ਆ ਬੇਸਿਕਲੀ ਹੈ ਕੀ ਆ, ਆਪਣੇ ਇਹਦੇ ਹਾਰਟ ਦੇ ਵਿੱਚ ਇੱਕ ਐਸੇ ਨੋਡ ਹੁੰਦੀ ਆ, ਸਾਈਰੋ ਔਰੀਕੂਲਰ ਨੋਡ ਹੁੰਦੀ ਆ। ਉਹਦਾ ਕੰਮ ਕੀ ਹੁੰਦਾ, ਉਹਨੇ ਕਰੰਟ ਪੈਦਾ ਕਰਨਾ। ਕਰੰਟ ਪੈਦਾ ਕਰਕੇ ਉਹਨੇ ਜਦ ਪੂਰੇ ਹਾਰਟ 'ਚੋਂ ਕਰੰਟ ਘੁੰਮਿਆ ਤਾਂ ਉਹਦੇ ਨਾਲ ਕਾਰਡੀਅਕ ਸਾਈਕਲ ਕੰਪਲੀਟ ਹੋਏਗਾ, ਹਾਰਟ ਹੋਏਗਾ ਤੇ ਬਲੱਡ ਬਾਹਰ ਜਾਏਗਾ, ਤਾਂ ਉਹ ਇੱਕ ਬੀਟ ਬਣਦੀ ਹੈ। ਹਾਂ, ਤੁਸੀਂ ਇਹ ਦੇਖੋ ਜਿਹੜੀ ਉਹ ਇੱਕ ਬੀਟ ਆ, ਹਾਰਟ ਦਿਨ ਦੇ ਵਿੱਚ 1 ਲੱਖ ਵਾਰ ਧੜਕਦਾ ਪੂਰੇ ਦਿਨ 'ਚ। 1 ਲੱਖ? ਹਾਂਜੀ। ਤੇ ਤੁਸੀਂ ਇਹ ਦੇਖ ਲਓ, ਇੱਕ ਉਹ 300 ਗ੍ਰਾਮ ਦਾ ਔਰਗਨ ਆ ਤੇ ਮੁੱਠੀ ਦੇ ਜਿੱਡਾ ਸਾਈਜ਼ ਆ, ਉਹ 'ਚੋਂ ਡੇਲੀ 7200 ਤੋਂ 7500 ਲੀਟਰ ਬਲੱਡ ਬਾਹਰ ਨਿਕਲਦਾ। ਇੱਕ ਦਿਨ 'ਚ 7200 ਤੋਂ 7500 ਲੀਟਰ ਬਲੱਡ ਨੂੰ ਪੰਪ ਕਰਦਾ ਉਹ। ਤਾਂ ਇਹ ਚੀਜ਼ ਆ। ਤੇ ਇਹਦੇ ਆਪਣੇ ਇੱਕ ਡਾਕਟਰ ਸਾਹਿਬ ਇਹਦੇ ਨਾਲ ਹੀ ਜੁੜਦੀ ਗੱਲ ਹੋਰ, ਕਿਉਂਕਿ ਲੋਕਾਂ ਦੇ ਭੁਲੇਖੇ ਥੋੜੇ ਦੂਰ, ਕਾਰਡੀਅਕ ਅਰੈਸਟ ਹੋਣਾ ਤੇ ਹਾਰਟ ਅਟੈਕ ਹੋਣਾ, ਕੀ ਇਹ ਇੱਕੋ ਚੀਜ਼ ਹੈ ਜਾਂ ਦੋਵੇਂ ਚੀਜ਼ਾਂ ਅਲੱਗ-ਅਲੱਗ ਨੇ? ਨਹੀਂ, ਐਕਚੁਅਲੀ ਹੈ ਕੀ ਆ, ਕਾਰਡੀਅਕ ਅਰੈਸਟ ਜਿਹੜਾ ਹੈ, ਅਰੈਸਟ ਦਾ ਮਤਲਬ ਆ ਗਿਆ ਕੰਮ ਕਰਨਾ ਬੰਦ, ਖਤਮ ਲਾਈਫ। ਹਾਂ, ਇਹ ਆ ਵੀ ਕਈ ਵਾਰ ਕੋਈ ਪੇਸ਼ੈਂਟ ਹੁੰਦੇ ਆ ਜਿਹੜੇ ਕਾਰਡੀਅਕ ਅਰੈਸਟ ਤੋਂ ਬਾਅਦ ਸਰਵਾਈਵ ਕਰ ਜਾਂਦੇ ਆ। ਜਦ ਉਹਨਾਂ ਨੂੰ ਆਪਾਂ ਰਿਸੈਸੀਟੇਟ ਕਰਦੇ ਆ ਕਾਰਡੀਓਪਲਮਨਰੀ, ਤਾਂ ਉਸ ਟਾਈਮ ਉਹ ਕਰ ਜਾਂਦੇ ਆ। ਪਰ ਬੇਸਿਕਲੀ ਕਾਰਡੀਅਕ ਅਰੈਸਟ ਤੋਂ ਬਾਅਦ ਬੰਦਾ ਖਤਮ ਆ। ਪਰ ਜਿਹੜਾ ਕਿ ਹਾਰਟ ਅਟੈਕ ਆ, ਮਾਇਓਕਾਰਡੀਅਲ ਇਨਫਾਰਕਸ਼ਨ ਕਹਿੰਦੇ ਆ ਉਹਨੂੰ, ਉਹ 'ਚ ਕੀ ਆ, ਉਹ 'ਚ ਹਾਰਟ ਜਿਹੜਾ ਹੈ, ਆਪਾਂ ਕਹਿ ਦਿੱਤਾ ਵੀ ਹਾਰਟ ਪੂਰੇ ਸਰੀਰ ਨੂੰ ਬਲੱਡ ਸਪਲਾਈ ਕਰ ਰਿਹਾ, ਬਲੱਡ ਸਾਰੇ ਔਰਗਨਸ 'ਚ ਜਾ ਰਿਹਾ ਤਾਂ ਉਹ ਕੰਮ ਕਰਦੇ ਆ। ਇਹਦਾ ਮਤਲਬ ਹਾਰਟ ਨੂੰ ਵੀ ਕਿਤੇ ਨਾ ਕਿਤੇ ਲੋੜ ਪੈਂਦੀ ਹੈ ਬਲੱਡ ਦੀ। ਹਾਰਟ ਦੀਆਂ ਜਿਹੜੀਆਂ ਆਪਣੀਆਂ ਵਾਲਸ ਨੇ, ਉਹਨਾਂ ਨੂੰ 3 ਨਾੜਾਂ ਬਲੱਡ ਸਪਲਾਈ ਕਰਦੀਆਂ, 3 ਆਰਟਰੀਜ਼ ਮੇਨ। ਤਾਂ ਉਹ ਆਰਟਰੀਜ਼ ਦੇ ਵਿੱਚ ਕੀ ਹੁੰਦਾ, ਜਦ ਬਲੱਡ ਸਪਲਾਈ ਪ੍ਰੋਪਰ ਨਹੀਂ ਹੁੰਦੀ ਤਾਂ ਕਰਕੇ ਕੀ ਆ, ਜਿਹੜੇ ਏਰੀਆ ਨੂੰ ਜਿਹੜੀ ਵਾਲ ਨੂੰ ਬਲੱਡ ਸਪਲਾਈ ਜਾ ਰਹੀ ਆ, ਜਦ ਉਹ 'ਚ ਕੋਈ ਬਲੋਕੇਜ ਆ ਗਈ, ਚਾਹੇ ਕੋਲੇਸਟ੍ਰੋਲ ਵੱਧ ਗਿਆ ਜਾਂ ਵਿੱਚ ਕਲੋਟ ਆ ਗਏ, ਉਹਦੇ ਕਰਕੇ ਜਿਹੜੀ ਬਲੋਕੇਜ ਆਈ, ਤਾਂ ਉਹਨੇ ਜਿੱਥੇ ਅੱਗੇ ਦੀਵਾਰ ਨੂੰ ਜਾ ਕੇ, ਪਹਿਲਾਂ ਮੈਂ ਦੱਸਿਆ ਆਕਸੀਜਨੇਟਡ ਬਲੱਡ ਦੇਣਾ ਉਹਨੇ। ਜਦੋਂ ਆਕਸੀਜਨੇਟਡ ਬਲੱਡ ਉੱਥੇ ਪਹੁੰਚੇਗਾ ਨਹੀਂ ਤਾਂ ਉਹ ਟਿਸ਼ੂ ਡੈਮੇਜ ਹੋ ਜਾਏਗਾ ਹਾਰਟ ਦਾ ਇੱਕ, ਤੇ ਉਹਦੇ ਕਰਕੇ ਚੈਸਟ ਪੇਨ ਹੋਏਗੀ। ਤਾਂ ਉਹਦਾ ਕੀ ਆ, ਆਪਾਂ ਨੂੰ ਉਹ ਬਲੋਕੇਜ ਖੋਲਣੀ ਪੈਂਦੀ ਆ। ਹਾਰਟ ਅਟੈਕ ਸਿਰਫ ਇੰਨੀ ਕੁ ਚੀਜ਼ ਹੈ। ਇਹ ਨਾੜਾਂ ਦੇ ਵਿੱਚ ਚਰਬੀ ਕਿਉਂ ਜੰਮ ਜਾਂਦੀ ਹੈ, ਬਲੋਕੇਜ ਕਿਉਂ ਆ ਜਾਂਦੀ ਹੈ? ਇਹ ਕੋਲੇਸਟ੍ਰੋਲ ਵਧਣ ਕਰਕੇ? ਕੋਲੇਸਟ੍ਰੋਲ ਤੇ ਤੁਸੀਂ ਕਹਿ ਲਓ ਫੈਟ ਜ਼ਿਆਦਾ ਇਕੱਠਾ ਹੋ ਜਾਂਦਾ, ਉਹਦੇ ਕਰਕੇ। ਐ ਸੱਚ ਤੁਸੀਂ ਪਾਰਟਿਕੂਲਰ ਜੇ ਕਹੋ ਵੀ ਖਾਣੇ ਦੇ ਨਾਲ ਹੋਇਆ, ਕਿਹਦੇ ਨਾਲ ਹੋਇਆ, ਇਹ ਤੁਸੀਂ ਕੁਝ ਨਹੀਂ ਕਹਿ ਸਕਦੇ। ਕਈ ਬਿਲਕੁਲ ਇਹ ਖਾਂਦੇ ਨਹੀਂ, ਉਹੋ ਜਿਹੀਆਂ ਚੀਜ਼ਾਂ ਉਹਨਾਂ ਦੇ ਵੀ ਹੋ ਜਾਂਦਾ। ਕਈਆਂ 'ਚ ਵੈਸੇ ਹਾਰਟ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਬਲੋਕੇਜ ਆ ਗਈ ਤਾਂ ਕਰਕੇ ਹਾਰਟ ਅਟੈਕ ਹੋਇਆ। ਪਰ ਜਿਹੜੇ ਸਮੋਕਰਸ ਹੁੰਦੇ ਆ, ਸਮੋਕਰਸ ਦਾ ਕੀ ਆ, ਜਦੋਂ ਸਮੋਕ ਕਰਦੇ ਆ ਤਾਂ ਉਹਨਾਂ ਦੀਆਂ ਜਿਹੜੀਆਂ ਨਾੜਾਂ ਆ ਉਹ ਚਿਪਕ ਜਾਂਦੀਆਂ, ਖਿੱਚੀਆਂ ਜਾਂਦੀਆਂ। ਜਦੋਂ ਅੰਦਰ ਸਾਹ ਲੈਂਦੇ ਆ ਤਾਂ ਉਹ ਚਿਪਕਦੀਆਂ ਆ। ਤਾਂ ਉਹਨਾਂ 'ਚ ਕਿਆ ਹੁੰਦਾ, ਉਹਨਾਂ 'ਚ ਨਾੜਾਂ ਬੰਦ ਹੋ ਜਾਂਦੀਆਂ, ਵੈਸੇ ਹੀ ਘੁੱਟ ਹੋ ਜਾਂਦੀਆਂ। ਉਹ ਵੀ ਇੱਕ ਹਾਰਟ ਅਟੈਕ ਦਾ ਕਾਰਨ ਬਣਦਾ, ਬਿਨਾਂ ਕੋਲੇਸਟ੍ਰੋਲ ਤੋਂ ਹੀ ਬੰਦ ਹੋ ਗਈਆਂ ਉਹ। ਇੱਕ ਹੋਰ ਸਵਾਲ ਮੈਂ ਡਾਕਟਰ ਦੀਕਸ਼ਾ ਤੋਂ ਪੁੱਛ ਲੈਣਾ, ਉਹੀ ਸਵਾਲ ਮੈਂ ਤੁਹਾਡੇ ਤੋਂ ਪੁੱਛ ਲਾਂਗਾ। ਅਕਸਰ ਹੀ ਇਹ ਕਿਹਾ ਜਾਂਦਾ ਕਿ ਛਾਤੀ ਦੇ ਵਿੱਚ ਦਰਦ ਹੋਣਾ, ਭਾਵੇਂ ਉਹ ਮੇਲ ਹੋਵੇ ਜਾਂ ਫੀਮੇਲ ਹੋਵੇ, ਛਾਤੀ 'ਚ ਦਰਦ ਹੋਣਾ ਵੀ ਇੱਕ ਸਿੰਪਟਮ ਹੈ ਹਾਰਟ ਅਟੈਕ ਦਾ, ਹਾਰਟ ਦੇ ਵਿੱਚ ਬਲੋਕੇਜ? ਹਾਂ ਹੈ, ਪਰ ਹਰ ਇੱਕ ਆਪਾਂ ਦਰਦ ਨੂੰ ਹਾਰਟ ਅਟੈਕ ਨਹੀਂ ਮੰਨ ਸਕਦੇ, ਜਾਂ ਹਰ ਇੱਕ ਦਰਦ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਵੀ ਮਤਲਬ ਆਪਣੇ ਹਾਰਟ ਦਾ ਪ੍ਰੋਬਲਮ ਨਹੀਂ ਹੋਊਗਾ। ਕਈ ਪੇਸ਼ੈਂਟਸ ਕੀ ਕਰਦੇ ਨੇ, ਕਈ ਕਹਿੰਦੇ ਨੇ ਕਿ ਯਾਰ ਮੇਰੇ ਛਾਤੀ ਦਰਦ ਹੋ ਰਿਹਾ, ਹੋ ਸਕਦਾ ਮੈਨੂੰ ਗੈਸ ਨਾ ਬਣੀ ਹੋਵੇ, ਇਨੋ ਪੀ ਲਓ, ਫਲਾਣਾ ਲੈ ਲਓ, ਹਾਂ ਲੈ ਲਓ। ਕਈ ਵਾਰ ਉਹ ਇਗਨੋਰ ਕਰਦੇ ਨੇ ਆਪਣੇ ਹਾਰਟ ਦੀ ਦਿੱਕਤ ਨੂੰ, ਕਿ ਸ਼ਾਇਦ ਸਾਨੂੰ ਕਿਤੇ ਡਾਕਟਰ ਕੋਲ ਨਾ ਜਾਣਾ ਪਵੇ, ਉਹ ਪਤਾ ਨਹੀਂ ਕੋਈ ਹੋਰ ਨਵਾਂ ਸੱਪੇ ਕੱਢ ਦੇਗਾ। ਤਾਂ ਮਤਲਬ ਕਾਫੀ ਪੇਸ਼ੈਂਟਸ ਨੇ ਜਿਹੜੇ ਇੱਦਾਂ ਕਹਿੰਦੇ ਨੇ। ਤਾਂ ਅਗਰ ਤੁਹਾਡੇ ਦਰਦ ਹੁੰਦਾ ਹੈ, ਤੁਸੀਂ ਅਗਰ ਕੋਈ ਮੈਡੀਸਿਨ ਲਈ ਵੀ ਹੈ, ਅਗਰ ਤੁਹਾਡੇ ਬਾਰ-ਬਾਰ ਰੀਕਰੰਟ ਹੋ ਰਿਹਾ ਤਾਂ ਉਹਦਾ ਚੈੱਕਅਪ ਜ਼ਰੂਰ ਕਰਾਉਣਾ ਚਾਹੀਦਾ। ਡਾਕਟਰ ਸਾਹਿਬ ਇਸ ਬਾਰੇ ਤੁਸੀਂ ਕੀ ਕਹੋਗੇ? ਕਿਉਂਕਿ ਸਿੰਪਟਮਸ ਬੜੇ ਜ਼ਰੂਰੀ ਨੇ, ਉਹ ਇਲਾਜ ਤਾਂ ਹੀ ਹੋਏਗਾ ਨਾ ਜੇ ਸਿੰਪਟਮ ਬੰਦੇ ਨੂੰ ਸਮਝ ਆਣ। ਛਾਤੀ 'ਚ ਦਰਦ ਹੋ ਰਿਹਾ, ਬਾਰ-ਬਾਰ ਹੋ ਰਿਹਾ, ਅਸੀਂ ਗੈਸ ਦੀਆਂ ਗੋਲੀਆਂ ਜਾਂ ਚੂਰਨ ਖਾ ਕੇ ਕੰਮ ਟਪਾਈ ਜਾਂਦੇ ਆ। ਬੇਸਿਕਲੀ ਜਦ ਬੰਦਾ ਡਾਕਟਰ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਦਾ, ਇਹ ਡਾਕਟਰ ਦੇ ਸਮਝਣ ਵਾਲੀ ਗੱਲ ਆ ਵੀ ਪੇਨ ਉਹਦੇ ਕਿਹੋ ਜਿਹੀ ਹੋ ਰਹੀ ਹੈ। ਹਾਰਟ ਅਟੈਕ ਦੇ ਵਿੱਚ ਇੱਕ ਨਿਚੋੜਨੇ ਵਾਲੀ ਪੇਨ ਹੁੰਦੀ ਹੈ, ਸਕੁਇਜ਼ਿੰਗ ਪੇਨ ਕਹਿ ਦਿੰਦੇ ਆ ਚੈਸਟ ਦੇ ਵਿੱਚ, ਉਹ ਹੋਏਗੀ। ਇਹ ਨਹੀਂ ਹੈਗਾ ਵੀ ਇਕੱਲੀ ਛਾਤੀ 'ਚ ਦਰਦ ਹੋਣਾ ਹੀ ਹਾਰਟ ਅਟੈਕ ਆ। ਆਪਣੀ ਬੈਲੀ ਦੇ ਉੱਪਰਲੇ ਏਰੀਏ 'ਚ, ਅੰਬਲਾਈਕਸ ਤੋਂ ਉੱਤੇ ਵੀ ਪੇਨ ਹੁੰਦੀ ਹੈ ਹਾਰਟ ਅਟੈਕ ਦੇ ਵਿੱਚ, ਮੋਢਿਆਂ 'ਚ, ਜਬੜੇ 'ਚ, ਗਰਦਨ 'ਚ, ਇਹ ਥਾਵਾਂ ਤੇ ਵੀ ਪੇਨ ਹੁੰਦੀ ਹੈ, ਬਾਹਾਂ ਦੇ ਵਿੱਚ। ਤਾਂ ਇਹ ਚੀਜ਼ਾਂ ਅਲੱਗ-ਅਲੱਗ ਸਿੰਪਟਮਸ ਨੇ। ਹਾਂ, ਜੇ ਤੁਹਾਨੂੰ ਇਹ ਜਿਹੀਆਂ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਪਹਿਲਾਂ ਵੀ ਦਿੱਕਤਾਂ ਆ ਰਹੀਆਂ ਤਾਂ ਇੱਕ ECG ਕਰਾਉਣ 'ਚ ਕੋਈ ਹਰਜ ਨਹੀਂ ਜਾਂਦਾ। ਇੱਕ 100-150 ਰੁਪਏ ਦੀ ਚੀਜ਼ ਆ, ਤੁਸੀਂ ਨੋਰਮਲ ਤੁਰੇ ਜਾਂਦੇ ਕਰਾ ਲਓ। ਹਾਂ, ਨਾ ਉੱਥੇ ਟ੍ਰੀਟਮੈਂਟ ਲਓ ਜੇ ਤੁਹਾਨੂੰ ਨਹੀਂ ਲੱਗਦਾ, ਪਰ ਇੱਕ ECG ਜ਼ਰੂਰੀ ਹੈ। ਇੱਕ ਗੱਲ ਹੋਰ ਦੱਸੋ, ਜੇ ਕੋਈ ਮਰੀਜ਼ ਬਾਹਰ ਬੈਠਾ ਹੈ, ਉਸ ਮਰੀਜ਼ ਨੂੰ ਆਲਰੇਡੀ ਉਹ ਕਿਸੇ ਤਰ੍ਹਾਂ ਦਾ ਕੋਈ ਟ੍ਰੀਟਮੈਂਟ ਲੈ ਰਿਹਾ, ਪਰ ਉਹਨੂੰ ਕੋਈ ਫਰਕ ਨਹੀਂ ਪੈ ਰਿਹਾ, ਉਹ ਚਾਹੁੰਦਾ ਹੈ ਕਿ ਉਹ ਤੁਹਾਡੇ ਰਾਹੀਂ ਵੀ ਟ੍ਰੀਟਮੈਂਟ ਲਵੇ,
ਤਾਂ ਕੀ ਉਹਨੂੰ ਤੁਹਾਡੇ ਕੋਲ ਆਣਾ ਹੀ ਪਏਗਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਰੀਜ਼ ਦੇਖ ਕੇ ਸਾਨੂੰ ਪਤਾ ਲੱਗ ਜਾਂਦਾ, ਜਾਂ ਉਹ ਆਪਣੀ ਰਿਪੋਰਟਸ ਦਿਖਾ ਕੇ ਵੀ ਉਹ ਮੈਂ ਤੁਹਾਡੇ ਕੋਲ ਤੁਹਾਨੂੰ ਦੱਸਿਆ, ਜਿਵੇਂ ਆਪਣਾ ਹੀ ਗੱਲ ਚੱਲਦੀ ਸੀ ਵੀ ਛਾਤੀ 'ਚ ਦਰਦ ਹੋਣਾ ਸਿਮਟਮ, ਤਾਂ ਉਹ ਚੀਜ਼ ਆ। ਤਾਂ ਜੇ ਬਾਹਰ ਬੈਠਾ ਤਾਂ ਬਾਹਰ ਸਾਨੂੰ ਰਿਪੋਰਟਸ ਕਰਵਾ ਲਵੇ ਆਪਣੀਆਂ। ਕਈ ਵਾਰ ਮੈਕਸਿਮਮ ਕੰਟਰੀਜ਼ ਦੇ ਵਿੱਚ ਕੀ ਆ, ਅਮਰੀਕਾ ਕੈਨੇਡਾ ਦੇ ਵਿੱਚ ਉਹ ਕਹਿੰਦੇ ਆ ਡਾਕਟਰ ਨੇ ਸਾਨੂੰ ਰਿਪੋਰਟਸ ਨਹੀਂ ਦਿੱਤੀਆਂ, ਪਰ ਉਹਨਾਂ ਲਈ ਮੈਂ ਇੱਕ ਹੀ ਚੀਜ਼ ਕਹੂੰਗਾ, ਤੁਸੀਂ ਆਪਣੇ ਡਾਕਟਰ ਕੋਲ ਜਾਓ, ਉਹਨੂੰ ਰਿਕੁਐਸਟ ਕਰੋ ਵੀ ਸਾਨੂੰ ਸਾਡੇ ਕੇਸ ਦੀ ਕੇਸ ਸਮਰੀ ਚਾਹੀਦੀ ਆ। ਉਹ ਜ਼ਰੂਰ ਦੇਣਗੇ, ਉਹ ਦੇਣਗੇ, ਉਹ ਮਨਾ ਨਹੀਂ ਕਰਦੇ। ਸਾਡੇ ਲੋਕਾਂ 'ਚ ਇਹੀ ਭੁਲੇਖਾ ਰਹਿ ਜਾਂਦਾ, ਸਾਨੂੰ ਜਿੰਨੀਆਂ ਕਾਲਸ ਆਉਂਦੀਆਂ, ਨਹੀਂ ਜੀ ਇੱਥੇ ਤਾਂ ਰਿਪੋਰਟਾਂ ਦਿੰਦੇ ਨਹੀਂ ਡਾਕਟਰ, ਤੁਹਾਡੇ ਇੰਡੀਆ ਵਾਲਾ ਸਿਸਟਮ ਨਹੀਂ ਹੈਗਾ। ਨਹੀਂ, ਰਿਪੋਰਟਸ ਤੁਹਾਡੀ ਆਪਣੀ ਪਰਸਨਲ ਪ੍ਰਾਪਰਟੀ ਆ, ਉਹ ਤੁਸੀਂ ਕਦੇ ਵੀ ਮੰਗ ਸਕਦੇ ਹੋ ਡਾਕਟਰ ਤੋਂ। ਤਾਂ ਕੇਸ ਸਮਰੀ ਘੱਟੋ ਘੱਟ ਤੁਹਾਡੇ ਤੱਕ ਪਹੁੰਚਾ ਦੇਣ, ਉਹਦੇ ਵਿੱਚ ਤੁਹਾਨੂੰ ਡਿਟੇਲ ਕਾਫੀ ਉਹ ਹੱਦ 'ਚ ਤੱਕ ਸਾਨੂੰ clear ਸਾਰੀ ਡਿਟੇਲ ਪਤਾ ਲੱਗ ਜਾਂਦੀ ਹੈ, ਉਹਦੇ ਥਰੂ ਅਸੀਂ ਫਿਰ ਮੈਡੀਸਿਨ ਭੇਜ ਦਿੰਦੇ ਹਾਂ। ਪੰਨੂ ਸਾਹਿਬ, ਜਿਹੜੇ ਬਾਹਰਲੇ ਮਰੀਜ਼ ਨੇ ਉਹ ਜ਼ਿਆਦਾਤਰ ਇਸੇ ਗੱਲ ਦੇ ਵਿੱਚ ਹੀ ਰਹਿੰਦੇ ਨੇ ਕਿ ਅਸੀਂ ਇੱਥੋਂ ਟੈਸਟ ਕਰਾਇਆ, ਇਹਦੇ ਬਾਰੇ ਕੋਈ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਨਹੀਂ ਸਕਦੇ। ਫਿਰ ਬਾਹਰਲੇ ਜਿਹੜੇ ਪੇਸ਼ੈਂਟਸ ਨੇ, ਜੇ ਉਹ ਆਪਣੀ ਰਿਪੋਰਟ ਭੇਜਦੇ ਨੇ ਤਾਂ ਰਿਪੋਰਟ ਦੇ ਆਧਾਰ ਤੇ ਤੁਸੀਂ ਦਵਾਈਆਂ ਭੇਜਦੇ ਹੋ? ਨਹੀਂ ਦੇਖੋ, ਜਿਵੇਂ ਪਿੱਤੇ ਦੀ ਪੱਥਰੀ ਹੋ, ਕੁਝ ਹੋਰ ਗੱਲਾਂ ਹੋ ਗਈਆਂ, ਚਲੋ ਤਾਂ ਸਿਮਟਮ ਦੇਖ ਲਿਆ ਸੀ ਜੀ, ਉਹਦੇ 'ਚ ਤਾਂ ਰਿਪੋਰਟ ਦੀ ਲੋੜ ਵੀ ਉਹਦੇ ਨਹੀਂ। ਵਿੱਚ ਗੈਸ ਤੇ ਆ ਬਣਦਾ ਸੀ, ਕੁਝ ਤਾਂ ਅਸੀਂ ਸਿਮਟਮ ਦੇ ਲੈਂਦੇ ਹਾਂ। ਜਿੱਥੇ ਵੀ ਅਸੀਂ ਇਸ ਵਿੱਚ ਸਲਾਹ ਕਰਦੇ ਵੀ ਨਹੀਂ, ਇਹਦੀ ਆਪਾਂ ਨੂੰ ਰਿਪੋਰਟ ਦੀ ਲੋੜ ਰਿਪੋਰਟ ਦੀ ਹੈਗੀ ਆ। ਲੋੜ ਆ ਜੀ। ਉਹ ਫਿਰ ਅਸੀਂ ਜੇ ਨਹੀਂ ਵੀ ਹੈਗੇ ਤਾਂ ਕਹਿੰਦਾ ਕੋਈ ਸਾਨੂੰ ਆਹ ਡਾਕਟਰ ਸਾਹਿਬ ਕਹੇ ਵੀ ਸਾਨੂੰ Case summary ਸਮਰੀ ਦਿਓ ਜੀ, ਉਹ ਜ਼ਰੂਰੀ ਆ ਜੀ। ਦੇਖੋ ਗੱਲ ਇਹ ਆ ਜੀ, ਪ੍ਰੋਪਰ ਇਲਾਜ ਕਰਨਾ ਹੈ ਜੀ, ਬਿਲਕੁਲ। ਤੇ ਸਾਡੇ ਕੋਲ ਕਿਹੜਾ ਕੋਈ ਜਾਦੂ ਦੀ ਛੜੀ ਇਹੋ ਜਿਹੀ ਜੀ, ਜਿੱਥੇ ਸਾਨੂੰ ਜਿਵੇਂ ਕੈਂਸਰ ਹੋ ਗਿਆ, ਹੋਰ ਵੱਡੀਆਂ ਬਿਮਾਰੀਆਂ ਹੋ ਗਈਆਂ, ਲੀਵਰ ਸਰੋਸਿਸ ਹੋ ਗਿਆ, ਸਾਨੂੰ ਹੁੰਦਾ ਵੀ ਰਿਪੋਰਟਾਂ ਮੰਗਾਈਆਂ ਜਾਣ। ਤਾਂ ਇਹਨਾਂ ਦਾ ਫਰਕ ਪੈਂਦਾ। ਹੁਣ ਇੱਕ ਸਪੇਨ ਦੇ ਵਿੱਚ 28-30 ਸਾਲ ਦਾ ਲੜਕਾ ਸੀ, ਉਹ ਪਤਾ ਨਹੀਂ ਕਾਫੀ ਟਾਈਮ ਤੋਂ ਵਿਚਾਰਾ ਬੈੱਡ ਤੇ ਬੈਠਾ ਸੀ, ਉਹਨਾਂ ਨੇ ਰਿਪੋਰਟਸ ਭੇਜੀਆਂ, ਪੇਸ਼ੈਂਟ ਇੱਥੇ ਨਹੀਂ ਆਇਆ, ਅਸੀਂ ਪੇਸ਼ੈਂਟ ਨਹੀਂ ਦੇਖਿਆ, ਠੀਕ ਆ, ਉਹਨਾਂ ਨੇ ਰਿਪੋਰਟਸ ਸਾਨੂੰ ਭੇਜੀਆਂ, ਸਿੰਪਟਮ ਦੱਸੇ ਆ, ਰਿਪੋਰਟਸ ਦੇਖ ਕੇ ਅਸੀਂ ਉਹਨੂੰ ਮੈਡੀਸਿਨ ਭੇਜਤੀ। ਉਹ ਤੁਸੀਂ ਇਹ ਸੋਚ ਲਓ ਵੀ ਉਹਦੇ ਆਲੇ ਦੁਆਲੇ ਵਾਲੇ ਇੰਨੇ ਕੁ ਹੈਰਾਨ ਨੇ ਵੀ ਇਹ ਲੜਕਾ ਕੰਮ ਤੇ ਕਿੱਦਾਂ ਜਾਣ ਲੱਗ ਗਿਆ। ਸਾਰਿਆਂ ਨੇ ਹੋਪ ਛੱਡਤੀ ਸੀ, ਉਹ ਬੈੱਡ ਤੇ ਲੇਟ ਗਿਆ ਸੀ, ਬਿਲਕੁਲ ਹੱਥ ਪੈਰ ਚੱਲਣੇ ਬੰਦ ਹੋ ਗਏ ਸੀ, ਸਭ ਕੁਝ ਸੀ। ਅੱਜ ਉਹ ਦੁਬਾਰਾ ਮਹੀਨਾ ਡੇਢ ਮਹੀਨਾ ਦਵਾਈ ਖਾਣ ਤੋਂ ਬਾਅਦ ਦੁਬਾਰਾ ਕੰਮ ਤੇ ਜਾਣਾ ਸ਼ੁਰੂ ਹੋਇਆ ਸਭ। ਬਾਹਰ ਤਾਂ ਬਹੁਤ ਸਾਡੇ ਇਸ ਤਰ੍ਹਾਂ ਦੇ ਮਰੀਜ਼ ਠੀਕ ਹੋਏ ਨੇ ਜੀ, ਸਾਨੂੰ ਵੀ ਤਾਂ ਲੱਗਦਾ ਪਤਾ ਵੀ ਜਦੋਂ ਦੱਸਦੇ ਪਏ ਅਸੀਂ ਨਜ਼ਰ ਆਉਂਦਾ। ਨਹੀਂ ਉਹ ਦੱਸਦੇ ਨੇ ਕਹਾਂ ਲੋਕਾਂ ਨੂੰ ਜੀ, ਰੈਫਰੈਂਸ ਜਦ ਪੇਸ਼ੈਂਟ ਦਾ ਸਾਨੂੰ ਪੇਸ਼ੈਂਟ ਨਾ ਦੱਸੇ, ਫੋਰਨਰਸ ਦਾ ਐਨਆਰਆਈਜ਼ ਦਾ ਕੀ ਆ, ਉਹ ਚਾਹੇ ਸਾਨੂੰ ਬਾਅਦ ਚੋਂ ਨਾ ਦੱਸਣ ਮੈਂ ਠੀਕ ਹੋ ਗਿਆ, ਉਹਨਾਂ ਨੇ ਘੱਟੋ ਘੱਟ 10 ਜਣਿਆਂ ਨੂੰ ਅੱਗੇ ਜ਼ਰੂਰ ਦੱਸਿਆ ਹੁੰਦਾ ਜੀ, ਉੱਥੇ ਜਾ ਕੇ ਦਵਾਈ ਲਓ, ਤਾਂ ਉਹ ਆਂਦੇ ਉਹ ਦੱਸਦੇ ਆ। ਠੀਕ ਹੈ ਜੀ, ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਹੈਗੀ ਹੈ, ਕੋਈ ਬਿਮਾਰੀ ਅਜਿਹੀ ਹੈਗੀ ਹੈ, ਤੁਹਾਨੂੰ ਵੀ ਲੱਗਦਾ ਕਿ ਆਯੁਰਵੇਦਾ ਇੱਕ ਅੱਛਾ ਆਪਸ਼ਨ ਹੈਗਾ, ਇੱਕ ਸਟੀਕ ਇਲਾਜ ਆਯੁਰਵੇਦਾ ਦੇ ਜ਼ਰੀਏ ਹੋ ਸਕਦਾ, ਤਾਂ ਆਹ ਪੈਨਲ ਤੁਹਾਡੇ ਸਾਹਮਣੇ ਬੈਠਾ ਹੈ। ਲਗਾਤਾਰ ਨੰਬਰ ਫਲੈਸ਼ਸ ਹੋ ਰਹੇ ਨੇ। ਤੁਸੀਂ ਕੋਈ ਵੀ ਬਿਮਾਰੀ ਹੈ, ਕਿਸੇ ਬਾਰੇ ਵੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਜਿਹੜਾ ਤੁਹਾਨੂੰ ਲੱਗੇ ਕਿ ਕੋਈ ਫਰਕ ਨਹੀਂ ਪੈ ਰਿਹਾ ਕਿਤੋਂ ਇਲਾਜ ਕਰਾ ਕੇ, ਤਾਂ ਤੁਸੀਂ ਯਕੀਨਨ ਤੌਰ ਤੇ ਇੱਕ ਵਾਰ ਇੱਥੇ ਇਹਨਾਂ ਨੂੰ ਆਪਣੀ ਬਿਮਾਰੀ ਦੱਸੇ ਇਲਾਜ ਸ਼ੁਰੂ ਕਰਵਾ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਾਰੇ ਪੈਨਲ ਦਾ ਇਸ ਪੂਰੀ ਜਾਣਕਾਰੀ ਦੇ ਲਈ। ਅਗਲੀ ਵਾਰੀ ਫਿਰ ਕਿਸੇ ਹੋਰ ਟੌਪਿਕ ਤੇ ਚਰਚਾ ਲੈ ਕੇ ਆਵਾਂਗੇ। ਜੇਕਰ ਤੁਹਾਨੂੰ ਲੱਗਦਾ ਕਿ ਕਿਸੇ ਪਾਰਟਿਕੂਲਰ ਟੌਪਿਕ ਤੇ ਕੋਈ ਚਰਚਾ ਹੋਣੀ ਚਾਹੀਦੀ ਹੈ, ਵੈਸੇ ਤਾਂ ਜਿੰਨੀਆਂ ਵੀ ਅੱਜ ਕੱਲ੍ਹ ਬਿਮਾਰੀਆਂ ਨੇ, ਸਾਰੀਆਂ ਬਿਮਾਰੀਆਂ ਤੇ ਅਸੀਂ ਚਰਚਾ ਕਰ ਚੁੱਕੇ ਹਾਂ, ਪਰ ਫਿਰ ਵੀ ਤੁਹਾਨੂੰ ਲੱਗਦਾ ਕਿ ਜੇ ਕਿਸੇ ਪਾਰਟਿਕੂਲਰ ਬਿਮਾਰੀ ਤੇ ਜਾਂ ਕਿਸੇ ਪਾਰਟਿਕੂਲਰ ਅੰਗ ਤੇ ਚਰਚਾ ਹੋਣੀ ਚਾਹੀਦੀ ਹੈ, ਤਾਂ ਤੁਸੀਂ ਜਿਹੜੇ ਨੰਬਰ ਤੁਹਾਨੂੰ ਫਲੈਸ਼ ਕਰ ਰਹੇ ਹੋ ਉੱਤੇ ਇਹਨਾਂ ਨੂੰ ਦੱਸ ਵੀ ਸਕਦੇ ਹੋ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।